ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰੋ, ਚਰਨਾਮ੍ਰਿਤ ਸਿੱਖਾਂ ਪਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮੋ, ਕਲ ਜੁਗ ਅੰਦਰ ਇੱਕ ਦੁਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਨਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉਪਰ ਸੀਸ ਨਿਵਾਇਆ। ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਨਾਇਆ। ਕਲ ਤਾਰਨ ਗੁਰ ਨਾਨਕ ਆਇਆ, ਮੈਂ ਮੂਰਖ ਕੀ ਕਿਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਆਗੈ ਬਿਮਲ ਨਦੀ, ਅਗਨ ਬਿਖ ਝੇਲਾ। ਤਿੱਥੇ ਅਵਰ ਨਾ ਕੋਈ, ਜੀਓ ਅਕੇਲਾ। ਪੜ ਪੜ ਅਗਨ ਸਾਗਰ ਦੇ ਲਹਿਰੀ, ਪਰ ਦੱਜੇ ਮਨਮੁਖ ਤਾਈ ਹੈ। ਆਗੈ ਬਿਮਲ ਨਦੀ, ਅਗਨ ਬਿਖ ਝੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਸਤਸੰਗਤ ਦਾ ਵਡਭਾਗਾ ਸਮਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਗੁਰਬਾਣੀ ਦੇ ਕੀਰਤਨ ਦੀ ਦਾਤ ਜੋ ਗੁਰੂ ਨਾਨਕ ਸਾਹਿਬ ਜੀਆਂ ਨੇ ਭਾਈ ਮਰਦਾਨਾ ਜੀ ਦੇ ਨਾਲ ਬਚਨ ਕੀਤਾ, ਭਾਈ ਮਰਦਾਨਾ ਜੀ ਰਬਾਬ ਵਜਾਓ ਗੁਰਬਾਣੀ ਆਈ ਹੈ। ਉਸ ਗੁਰਬਾਣੀ ਨੂੰ ਤੇ ਉਸ ਕੀਰਤਨ ਨੂੰ ਆਪ ਸੰਗਤਾਂ ਸਰਵਨ ਕਰਦਾ ਹੈ, ਜੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਵੱਡੇ ਭਾਗ ਹੋਏ, ਸਤਸੰਗਤ ਦੀ ਪ੍ਰਾਪਤੀ ਵਾਲੇ ਬਣੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਗੁਰਬਾਣੀ ਦੇ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਛੋਡੋ ਕਾਮ ਕ੍ਰੋਧ ਬੁਰਿਆਈ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ। ਇਹ ਸ਼ਬਦ ਆਪਾਂ ਕੱਲ ਪ੍ਰਾਰੰਭ ਕੀਤਾ ਹੈ। ਇਸ ਦੀਆਂ ਪੌੜੀਆਂ ਕੁਝ ਕੱਲ ਸਰਵਨ ਕਰ ਲਈਆਂ, ਕੁਝ ਅੱਜ ਇਸ ਦੀਆਂ ਪੌੜੀਆਂ ਸਰਵਨ ਕਰਾਂਗੇ। ਮਹਾਰਾਜ ਕਹਿਣ ਲੱਗੇ, ਭਾਈ ਛੱਡ ਦਿਓ ਇਹ ਜਿਹੜੀ ਕਾਮ ਵਾਲੀ ਬਿਰਤੀ ਹੈ ਨਾ, ਇਸ ਨੂੰ ਛੱਡ ਦੇਣਾ ਕਰੋ। ਇਸ ਦੇ ਵਿੱਚ ਪੈ ਕੇ ਨਰਾਦਰੀ ਹੋਈ ਹੈ। ਜਿਵੇਂ ਕਿ ਆਪਾਂ ਇੰਦਰ ਰਾਜੇ ਦਾ ਇਤਿਹਾਸ ਵੇਖਦੇ ਹਾਂ, ਗੌਤਮ ਰਿਸ਼ੀ ਦੇ ਘਰ ਆ ਕੇ ਸ਼ਰਾਪ ਲੈ ਕੇ ਬੈਠਾ ਹੈ।
ਪਾਤਸ਼ਾਹ ਕਹਿੰਦੇ ਭਾਈ ਇਹ ਕਾਮ ਨੂੰ ਛੱਡ ਦਿਓ, ਇਹ ਦੁੱਖ ਦੇਣ ਵਾਲਾ ਹੈ। ਦੂਜਾ ਬਚਨ ਹੈ ਕ੍ਰੋਧ, ਕ੍ਰੋਧ ਨੂੰ ਛੱਡ ਦਿਓ। ਜਿਹੜਾ ਕ੍ਰੋਧ ਹੈ ਇਹ ਵੀ ਬੇਪਤੀ ਕਰਦਾ ਹੈ, ਇਹ ਵੀ ਨਿਰਾਦਰ ਕਰਦਾ ਹੈ। ਕ੍ਰੋਧ ਵਿੱਚ ਆ ਕੇ ਬਾਬਾ ਦਾਤੂ ਜੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੱਤ ਮਾਰ ਦਿੱਤੀ ਹੈ। ਕ੍ਰੋਧ ਵਿੱਚ ਆ ਕੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਭਾਰੀ ਅਪਮਾਨ ਕੀਤਾ ਹੈ। ਸੋ ਇਸ ਤਰ੍ਹਾਂ ਦੇ ਇਤਿਹਾਸ ਵਿੱਚ ਬਚਨ ਆਉਂਦੇ। ਕ੍ਰੋਧ ਵਿੱਚ ਆ ਕੇ ਜੋ ਦੁਰਭਾਸ਼ਾ ਲਿਖੀ ਹੈ, ਅਮਰੀਕ ਜੀ ਨੂੰ ਸ਼ਰਾਪ ਦਿੰਦਾ ਪਿਆ ਤੇ ਸੁਦਰਸ਼ਨ ਚੱਕਰ ਤੋਂ ਡਰਦਾ ਫਿਰ ਜਾ ਕੇ ਭਗਤ ਜੀ ਦੇ ਪੈਰੀ ਪੈ ਕੇ ਮਾਫੀ ਮੰਗਦਾ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਕ੍ਰੋਧ ਕੀਤਾ ਹੈ ਉਹਨਾਂ ਦੀ ਬੇਪਤੀ ਹੋਈ, ਦੁਨੀਆ ਵਿੱਚ ਨਿਰਾਦਰ ਹੀ ਹੋਇਆ, ਸਤਿਕਾਰ ਕੋਈ ਨਹੀਂ ਮਿਲਿਆ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਭਾਈ ਇਸ ਕ੍ਰੋਧ ਨੂੰ ਛੱਡ ਦਿਓ, ਬੇਪਤੀ ਕਰਾਉਣ ਵਾਲਾ ਹੈ। ਤੇ ਬੁਰਿਆਈ ਤੋਂ ਭਾਵ ਹੈ ਜਿਸ ਨੂੰ ਆਪਾਂ ਧੱਕਾ ਜੋਰੀ ਕਹਿ ਦਿੰਦੇ ਹਾਂ, ਜ਼ਬਰਦਸਤੀ ਕਰਨੀ। ਪਾਤਸ਼ਾਹ ਕਹਿਣ ਲੱਗੇ ਇਹ ਜ਼ਬਰਦਸਤੀਆਂ ਕਰਦੇ, ਦੁਨੀਆ ਦੇ ਨਾਲ ਧੱਕਾ ਜੋਰੀ ਕਰਦੇ, ਇਸ ਨੂੰ ਛੱਡ ਦਿਓ। ਜਾਂ ਬੁਰਿਆਰੀ ਤੋਂ ਭਾਵ ਹੈ ਜਿਹੜੀਆਂ ਬੁਰੀਆਂ ਆਦਤਾਂ ਨੇ ਨਾ ਤੇਰੇ ਵਿੱਚ, ਮਾੜੀਆਂ ਆਦਤਾਂ, ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਦੇਣਾ ਕਰ। ਹਉਮੈ ਧੰਦ ਛੋਡੋ ਲੰਪਟਾਈ। ਇਹ ਜਿਹੜੇ ਧੰਦੇ ਨੇ ਹਉਮੈ ਕਰਕੇ ਉਹਨਾਂ ਵਿੱਚ ਪੈ ਕੇ ਲੰਪਟ ਹੋ ਰਿਹਾ। ਧੰਦਿਆਂ ਵਿੱਚ ਆਹ ਕੰਮ ਮੈਂ ਕੀਤਾ ਹੈ, ਇਹ ਮੇਰੇ ਬਿਨਾਂ ਕਰ ਨਹੀਂ ਸੀ ਕੋਈ ਸਕਦਾ, ਇਹ ਮੈਨੂੰ ਹੀ ਸੋਝੀ ਹੈ, ਇਹ ਮੈਨੂੰ ਹੀ ਗਿਆਨ ਹੈ, ਇਹ ਮੇਰੀ ਜ਼ਿੰਮੇਵਾਰੀ ਹੈ। ਪਾਤਸ਼ਾਹ ਕਹਿਣ ਲੱਗੇ ਹਉਮੈ ਕਰਦਾ, ਕਾਰਜ ਵੀ ਕਰਦਾ, ਹਉਮੈ ਕਰਕੇ ਵਿਖਾਉਂਦਾ। ਇਸ ਕਰਕੇ ਹਉਮੈ ਧੰਦ ਛੋਡੋ, ਹਉਮੈ ਕਰਕੇ ਧੰਦਿਆਂ ਵਿੱਚ ਫਸੇ ਹੋਏ ਆਦਮੀ ਹਉਮੈ ਨੂੰ ਛੱਡ ਤੇ ਫਸੇ ਹੋਏ ਧੰਦਿਆਂ ਨੂੰ ਛੱਡ ਦੇਣਾ ਕਰ। ਹਉਮੈ ਧੰਦ ਛੋਡੋ ਲੰਪਟਾਈ। ਤੂੰ ਇਹਨਾਂ ਵਿੱਚ ਲੰਪਟ ਹੋ ਰਿਹਾ ਹੈ, ਖੱਚਤ ਹੋ ਰਿਹਾ, ਬਿਲਕੁਲ ਜਿਵੇਂ ਜੋਕ ਗੁਰਮੁਖੋ ਥਣ ਦੇ ਨਾਲ ਹੀ ਚਿੰਬੜ ਜਾਂਦੀ ਹੈ ਨਾ, ਚਿੱਚੜ ਚਿੰਬੜ ਜਾਂਦਾ ਹੈ, ਸਰੀਰ ਦੇ ਨਾਲ ਲੈਂਦਾ ਨਹੀਂ। ਇਸ ਤਰ੍ਹਾਂ ਤੂੰ ਧੰਦਿਆਂ ਦੇ ਵਿੱਚ ਚਿੰਬੜੀ ਗਿਆ ਹੈ, ਜਿਵੇਂ ਚਿੱਚੜ ਚਿੰਬੜਦਾ ਹੈ, ਲੈਂਦਾ ਨਹੀਂ ਹੈ, ਵੱਢਿਆ ਜਾਂਦਾ ਹੈ। ਐਸੇ ਤਰ੍ਹਾਂ ਜਿਵੇਂ ਜੋਗ ਚਿੰਬੜ ਜਾਂਦੀ ਹੈ, ਖੂਨ ਚੂਸਦੀ ਹੈ, ਇਸ ਤਰ੍ਹਾਂ ਤੂੰ ਧੰਦਿਆਂ ਦੇ ਨਾਲ ਲੰਪਟ ਹੀ ਹੋ ਰਿਹਾ ਹੈ, ਕਦੇ ਵੱਖਰਾ ਹੁੰਦਾ ਹੀ ਨਹੀਂ ਹੈ। ਸਤਿਗੁਰ ਸਰਨ ਪਰੋ ਤਾਂ ਉਬਰੋ। ਸਤਿਗੁਰਾਂ ਦੀ ਸ਼ਰਨ ਵਿੱਚ ਪਾਓਗੇ ਤੇ ਤਾਂ ਬਚਿਆ ਜਾਣਾ ਹੈ। ਬੇਨਤੀ ਕਰਿਆ ਕਰ ਸਤਿਗੁਰੂ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਹੈ। ਜਿੱਥੇ ਕੋਈ ਨਹੀਂ ਉੱਥੇ ਆਪ ਸਮਰੱਥ ਹੋ। ਕਿਰਪਾ ਕਰੋ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਰਾਖੋ ਰਾਖੋ ਕਿਰਪਾ ਧਾਰ ਤੇਰੀ ਸਰਣ। ਤੇਰਾ ਦਰਬਾਰ ਇਹ ਭਜਨ ਮਹਾਰਾਜ ਸਾਹਿਬ ਜੀਆਂ ਦੇ। ਗੁਰੂ ਦੀ ਸ਼ਰਨ ਵਿੱਚ ਪਵੇਂਗਾ ਤਾਂ ਤੇਰਾ ਭਲਾ ਹੋਣਾ ਹੈ। ਜੋ ਤਰੀਏ ਭਵਜਲ ਭਾਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਸਾਰ ਤਰਨਾ ਬੜਾ ਔਖਾ ਗੁਰਮੁਖੋ, ਪਰ ਜੇ ਗੁਰੂ ਦੀ ਸ਼ਰਨ ਵਿੱਚ ਪੈ ਜਾਵੇਂਗਾ ਤੇ ਮਹਾਰਾਜ ਕਹਿਣਗੇ ਫਿਰ ਵਾਹਿਗੁਰੂ ਨਾਮ ਜਹਾਜ਼। ਸਤਿਗੁਰੂ ਐਸੇ ਜਹਾਜ਼ ਤੇ ਜਦੋਂ ਚੜ੍ਹ ਜਾਈਏ ਫਿਰ ਤਰਨਾ ਸੌਖਾ ਹੋ ਜਾਂਦਾ ਹੈ। ਇਹ ਮਹਾਰਾਜ ਕਿਰਪਾ ਕਰਦੇ ਹਨ। ਆਗੇ ਬਿਮਲ ਨਦੀ ਅਗਨ ਬਿਖ ਝੇਲਾ। ਗੁਰਮੁਖੋ ਸ਼ਾਸਤਰਾਂ ਦੇ ਵਿੱਚ ਬਚਨ ਲਿਖਿਆ, ਜਿਹੜੇ ਹਿੰਦੂ ਧਾਰਮਿਕ ਗ੍ਰੰਥ ਨੇ ਨਾ ਸਨਾਤਨ ਮਤ ਦੇ, ਉਹਦੇ ਵਿੱਚ ਬਚਨ ਲਿਖਿਆ ਵੀ ਆਗੇ ਬਿਮਲ ਨਦੀ, ਇੱਕ ਵੈਤਰਣੀ ਨਾਮ ਦੀ ਨਦੀ ਦਾ ਜ਼ਿਕਰ ਉਹਨਾਂ ਗ੍ਰੰਥਾਂ ਵਿੱਚ ਸਤਿਗੁਰੂ ਉਹ ਉਦਾਹਰਨ ਦਿੰਦੇ ਪਏ। ਬਿਮਲ ਤੋਂ ਬੇ ਤੋਂ ਭਾਵ ਹੈ ਵਿਸ਼ੇਸ਼ ਕਰਕੇ ਜਿਹੜੀ ਮਲ ਕਹੀਏ ਮੈਲ ਦੀ ਭਰੀ ਹੋਈ ਨਦੀ ਹੈ। ਵਿਸ਼ੇਸ਼ ਕਰਕੇ ਮੈਲ ਕੀ ਹੈ, ਲਹੂ ਤੇ ਪਾਕ ਦੀ ਕਹਿੰਦੇ ਇਹ ਨਦੀ ਵਹਿੰਦੀ ਹੈ। ਜਿਹੜੇ ਸਨਾਤਨ ਮਤ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਜ਼ਿਕਰ ਇਹ ਹੈ ਵੀ ਅੱਗੇ ਪਰਲੋਕ ਦੇ ਵਿੱਚ ਨਾ ਇੱਕ ਵੈਤਰਣੀ ਨਾਮ ਦੀ ਨਦੀ ਹੈ। ਬੇ ਨਾਮ ਵਿਸ਼ੇਸ਼ ਕਰਕੇ ਮਲ ਕਹੀਏ ਮੈਲ ਦੀ ਭਰੀ ਹੋਈ, ਲਹੂ ਤੇ ਪਾਕ ਦੀ ਭਰੀ ਹੋਈ ਇਹ ਜਿਹੜੀ ਨਦੀ ਹੈ ਇਹ ਵਗਦੀ, ਇਸ ਨੂੰ ਵੈਤਰਣੀ ਕਿਹਾ ਹੈ। ਇਸ ਦਾ ਵਿਸਥਾਰ ਜਿਹੜਾ ਹੈ ਉਹ 10,000 ਯੋਜਨ ਦਾ ਲਿਖਿਆ ਵੀ ਇੰਨੀ ਵੱਡੀ ਨਦੀ ਹੈ, 10,000 ਯੋਜਨ ਤੱਕ ਇਹ ਫੈਲੀ ਹੋਈ ਹੈ। ਭਾਈ ਪਿਆਰਿਆ ਜੇ ਪਾਪ ਕਰੇਗਾ ਨਾ ਤੇ ਤੈਨੂੰ ਇਸ ਵੈਤਰਣੀ ਨਦੀ ਵਿੱਚ ਪੈਣਾ ਪਵੇਗਾ, ਜਿਹੜੀ ਲਹੂ ਤੇ ਪਾਕ ਦੀ ਭਰੀ, ਗੰਦਗੀ ਦੀ ਭਰੀ ਹੋਈ ਹੈ। ਸੋ ਗੁਰਮੁਖੋ ਕਿਸੇ ਦੇ ਸਰੀਰ ਤੇ ਸੱਟ ਲੱਗ ਜਾਵੇ ਨਾ ਤੇ ਉਹ ਸੱਟ ਲੱਗ ਜਾਵੇ ਤੇ ਫਿਰ ਖੂਨ ਨਿਕਲ ਲੱਗ ਪੈਂਦਾ, ਬਾਅਦ ਵਿੱਚ ਉੱਥੇ ਰੇਸ਼ਾ ਪੈ ਜਾਂਦਾ, ਜ਼ਖਮ ਖਰਾਬ ਹੋ ਜਾਂਦਾ ਤੇ ਸਾਡਾ ਵੇਖਣ ਨੂੰ ਮਨ ਨਹੀਂ ਕਰਦਾ ਹੈ। ਸੋ ਗਿਲਾਨ ਆਉਂਦੀ ਵੇਖ ਕੇ, ਪਰ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਦੇ ਕੰਮ ਕਰਦਾ ਪਿਆ ਨਾ ਉਹ ਨਦੀ ਐਸੇ ਤਰ੍ਹਾਂ ਦੀ ਹੈ, ਲਹੂ ਪਾਕ ਤੇ ਗੰਦਗੀ ਦੀ ਭਰੀ ਹੋਈ। 48 ਯੋਜਨ ਤੱਕ ਉਹਦਾ ਵਿਸਥਾਰ ਹੈ, ਏਡੀ ਵੱਡੀ ਹੈ। ਉਹਦੇ ਵਿੱਚੋਂ ਤਰ ਕੇ ਲੰਘਣਾ ਪਵੇਗਾ, ਤੇਰੀ ਆਤਮਾ ਨੂੰ ਐਸੀ ਹਾਲਤ ਹੋਵੇਗੀ। ਇਸ ਕਰਕੇ ਪਾਪ ਕਰਨ ਤੋਂ ਡਰਿਆ ਕਰ। ਆਗੇ ਬਿਮਲ ਨਦੀ ਅਗਨ ਬਿਖ ਝੇਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਜਿਹੜੀ ਵੈਤਰਣੀ ਨਦੀ ਹੈ ਨਾ
ਉਸ ਦੇ ਵਿੱਚ 10,000 ਯੋਜਨ ਤੱਕ ਲੰਮਾ ਅਗਨੀ ਦਾ ਕੁੰਡ ਆਵੇਗਾ। ਅੱਗ ਹੀ ਅੱਗ ਬਲਦੀ ਹੋਵੇਗੀ 10,000 ਯੋਜਨ ਤੱਕ, ਉਹਦੇ ਵਿੱਚ ਤੈਨੂੰ ਪਾਇਆ ਜਾਣਾ ਹੈ। ਲਹੂ ਪਾਕ ਦੀ ਨਦੀ ਵਿੱਚੋਂ ਲੰਘਣਾ ਪਵੇਗਾ। ਨਾਲ ਹੀ ਅਗਨੀ ਦੇ ਕੁੰਡ ਵਿੱਚੋਂ ਜਿੱਥੇ ਭੜ ਕਰਕੇ ਅੱਗ ਬਲਦੀ ਪਈ ਹੈ, ਉਸ ਬਲਦੀ ਹੋਈ ਅੱਗ ਦੇ ਵਿੱਚੋਂ ਤੈਨੂੰ 10,000 ਯੋਜਨ ਤੱਕ ਤੇਰੀ ਆਤਮਾ ਨੂੰ ਸਾੜਿਆ ਜਾਵੇਗਾ, ਵਾਰ-ਵਾਰ ਅੱਗ ਵਿੱਚ ਸੁੱਟ ਕੇ। ਐਸੀ ਤੇਰੀ ਹਾਲਤ ਹੋਣੀ ਹੈ। ਫਰਮਾਉਂਦੇ ਹਨ, ਤਿਥੇ ਅਵਰ ਨਾ ਕੋਈ ਜਿਉ ਅਕੇਲਾ। ਆਗੈ ਬਿਮਲ ਨਦੀ ਅਗਨ ਬਿਖ ਝੇਲਾ, ਤੇ ਝੇਲਾ ਨਾਮ ਹੈ ਗੁਰਮੁਖੋ ਸੋ ਜੰਗਲ ਦਾ। ਕਹਿਣ ਲੱਗੇ ਉਸ ਪਰਲੋਕ ਦੇ ਰਾਹ ਦੇ ਵਿੱਚ ਇੱਕ ਅਸਪੱਤਰ ਨਾਮ ਦਾ ਇੱਕ ਜੰਗਲ ਆਉਂਦਾ ਹੈ। ਗੁਰਮੁਖੋ ਇਹ ਧਾਰਮਿਕ ਗ੍ਰੰਥਾਂ ਦੀਆਂ ਗਵਾਹੀਆਂ ਨੇ ਵੀ ਇੱਕ ਜੰਗਲ ਵਿੱਚੋਂ ਤੇਰੀ ਆਤਮਾ ਨਿਕਲੇਗੀ। ਉਸ ਜੰਗਲ ਦਾ ਜਿਹੜਾ ਆਕਾਰ ਹੈ ਕੇਲੇ ਦੇ ਪੱਤਿਆਂ ਵਰਗਾ ਹੈ। ਉਸ ਦੇ ਪੱਤੇ ਬੜੇ ਤਿੱਖੇ ਨੇ, ਤੇਰੀ ਆਤਮਾ ਨੂੰ ਛਿੱਲ ਦੇਣਗੇ ਉਸ ਵੇਲੇ। ਉਹਦੇ ਪੱਤਿਆਂ ਨੂੰ ਉਸ ਵੇਲੇ ਬਿਖ ਕਹੀਏ ਜ਼ਹਿਰ ਲੱਗੀ ਹੋਈ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਬਿਖ ਝੇਲਾ, ਇਹ ਜਿਹੜਾ ਬਣ ਆਵੇਗਾ, ਵਿਉ ਵਾਂਗੂ ਜ਼ਰੀਲੇ ਪੱਤੇ ਤੇਰੀ ਆਤਮਾ ਨੂੰ ਉਸ ਵੇਲੇ ਛਿੱਲ ਦਿਆ ਕਰਨਗੇ। ਐਸਾ ਭਾਰੀ ਦੁੱਖ ਤੈਨੂੰ ਪਰਲੋਕ ਦੇ ਰਾਹ ਤੇ ਪੈਣਾ ਹੈ। ਇਹ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਐਸੀਆਂ ਉਦਾਹਰਨਾਂ ਲਿਖ ਕੇ ਵਿਅਕਤੀ ਨੂੰ ਦੱਸਿਆ ਹੈ। ਨਾਮ ਨਹੀਂ ਜਪੇਗਾ ਤੇ ਐਸੀ ਹਾਲਤ ਹੋਣੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਐਸਾ ਰਸਤਾ ਜਿਹੜਾ ਹੈ, ਜਹ ਮਹਾ ਭਿਆਨ ਦੂਤ ਜਮ ਦਲੈ। ਮਹਾਰਾਜ ਨੇ ਵੀ ਲਿਖਿਆ ਬੜੇ ਭਿਆਨਕ ਜਮਦੂਤ ਤੈਨੂੰ ਦਲ ਦੇਣਗੇ, ਤੈਨੂੰ ਭਾਰੀ ਸਜ਼ਾ ਦੇਣਗੇ। ਜੈ ਮਹਾ ਭਿਆਨ ਦੂਤ ਜਮ ਦਲੈ। ਸੋ ਪਾਤਸ਼ਾਹ ਕਹਿਣ ਲੱਗੇ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਸੋ ਉੱਥੇ ਕੇਵਲ ਪਰਮਾਤਮਾ ਦਾ ਨਾਮ ਹੀ ਸਹਾਇਤਾ ਕਰੇਗਾ, ਉਹਨਾਂ ਦੂਤਾਂ ਤੋਂ ਹੋਰ ਕੋਈ ਬਚਾ ਨਹੀਂ ਸਕਦਾ ਹੈ। ਸੋ ਜਹ ਮੁਸ਼ਕਲ ਹੋਵੇ ਅਤ ਭਾਰੀ। ਪਰਲੋਕ ਦੇ ਰਾਹ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ, ਬੜੀਆਂ ਕਠਿਨਾਈਆਂ ਆਉਂਦੀਆਂ, ਬੜੀਆਂ ਰੁਕਾਵਟਾਂ ਆਉਂਦੀਆਂ, ਬੜੇ ਦੁੱਖ ਮਿਲਦੇ। ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ। ਸੋ ਕਹਿਣ ਲੱਗੇ ਉਹ ਪਰਮਾਤਮਾ ਦਾ ਨਾਮ ਤੇਰਾ ਉਧਾਰ ਕਰੇਗਾ। ਇਸ ਤਰ੍ਹਾਂ ਇਸ ਅਸ਼ਟਪਦੀ ਵਿੱਚ ਮਹਾਰਾਜ ਸਾਹਿਬ ਜੀਆਂ ਨੇ ਪਰਲੋਕ ਦੇ ਰਾਹ ਦਾ ਜ਼ਿਕਰ ਕੀਤਾ ਵੀ ਐਸੀ ਹਾਲਤ ਤੇਰੀ ਬਣਨੀ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਆ ਗੁਰੂ ਕਿਆ ਸਿਖਾ ਵੀ ਇਸ ਤਰ੍ਹਾਂ ਦੇ ਪਾਪੀਆਂ ਨੂੰ ਉਸ ਵੇਲੇ ਸਜ਼ਾਵਾਂ ਮਿਲਦੀਆਂ ਹਨ। ਤਿਥੇ ਅਵਰ ਨਾ ਕੋਈ ਜਿਉ ਅਕੇਲਾ। ਉੱਥੇ ਤੇਰੀ ਸਹਾਇਤਾ ਕਿਸੇ ਨੇ ਨਹੀਂ ਕਰਨੀ ਹੈ। ਮਹਾਰਾਜ ਕੌਣ ਕਰੇਗਾ? ਕਹਿੰਦੇ ਕੇਵਲ ਗੁਰੂ ਹੀ ਹੈ। ਗੁਰੂ ਤੋਂ ਬਿਨਾਂ ਕੋਈ ਉੱਥੇ ਕਿਸੇ ਦੀ ਪਹੁੰਚ ਹੈ ਹੀ ਨਹੀਂ, ਇਕੱਲਾ ਹੀ ਜਾਵੇਗਾ। ਕਿਉਂਕਿ ਸਾਕ ਸੰਬੰਧੀ ਤੇ ਇੱਥੇ ਰਹਿ ਗਏ ਨਾ, ਰਿਸ਼ਤੇਦਾਰ ਤੇ ਨਾਲ ਨਹੀਂ ਗਏ। ਉਸ ਪਰਲੋਕ ਦੇ ਰਾਹ ਤੇ ਇਕੱਲਾ ਹੀ ਹੈ, ਤੇ ਫਿਰ ਤੇਰੇ ਇਕੱਲੇ ਦੀ ਮਦਦ ਕਰਨ ਵਾਸਤੇ ਗੁਰੂ ਸਮਰੱਥ ਹੈ। ਪਰ ਗੁਰੂ ਸਹਾਇਤਾ ਤੇ ਤਾਂ ਹੀ ਕਰੇਗਾ ਨਾ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਗੁਰੂ ਵੀ ਤੇ ਹਾਮੀ ਤਾਂ ਭਰੇਗਾ ਜੇ ਗੁਰੂ ਵਾਲਾ ਬਣਿਆ ਹੋਵੇਗਾ। ਜੇ ਸਾਰੀ ਜ਼ਿੰਦਗੀ ਗੁਰੂ ਨੂੰ ਮੰਨਿਆ ਹੀ ਨਹੀਂ ਕਦੇ, ਫਿਰ ਗੁਰੂ ਤੇਰੀ ਕਿਵੇਂ ਮੰਨੇਗਾ? ਗੁਰੂ ਵੀ ਨਹੀਂ ਤੇਰੀ ਮੰਨੇਗਾ। ਗੁਰੂ ਨੇ ਤੇਰੀ ਤਾਂ ਮੰਨਣੀ ਹੈ ਜੇ ਤੂੰ ਗੁਰੂ ਦਾ ਬਚਨ ਮੰਨਿਆ ਹੋਵੇਗਾ। ਇਸ ਕਰਕੇ ਤਿੱਥੇ ਅਵਰ ਨਾ ਕੋਈ, ਉੱਥੇ ਕੋਈ ਹੈ ਹੀ ਨਹੀਂ ਦੂਜਾ ਤੇਰੀ ਮਦਦ ਕਰਨ ਵਾਲਾ। ਜੀਓ ਅਕੇਲਾ, ਜਿਨ੍ਹਾਂ ਵਾਸਤੇ ਪਾਪ ਕਰਦਾ ਪਿਆ ਇਹਨਾਂ ਨੇ ਨਾਲ ਨਹੀਂ, ਤੈਨੂੰ ਇਕੱਲੇ ਨੂੰ ਅੱਗੇ ਪਰਲੋਕ ਦੇ ਰਾਹ ਤੇ ਤੁਰਨਾ ਪੈਣਾ ਹੈ। ਪੜ ਅਗਨ ਸਾਗਰ ਦੇ ਲਹਿਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਵੈਤਰਣੀ ਨਦੀ ਜਿਹੜੀ ਹੈ ਨਾ, ਜਿਵੇਂ ਭੱਠ ਦੇ ਵਿੱਚ ਅੱਗ ਨਹੀਂ ਬਲਦੀ, ਪਠਿਆਲੇ ਦਾਣੇ ਭੁੱਲਦੇ, ਪ੍ਰਸ਼ਾਦੇ ਬਣਾਉਣ ਵਾਲੇ ਤੰਦੂਰ ਨੂੰ ਅੱਗ ਬਾਲਦੇ, ਤੰਦੂਰ ਦੇ ਵਿੱਚ ਫਿਰ ਲਾਟਾਂ ਹੀ ਨਿਕਲਦੀਆਂ, ਸੇਕ ਨਿਕਲਦਾ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹ ਵੈਤਰਣੀ ਨਦੀ ਵਿੱਚ ਭੜ ਕਰਕੇ ਅੱਗ ਬਲਦੀ ਹੈ, ਜਿੱਥੋਂ ਇਸ ਜੀਵ ਨੂੰ, ਪਾਪੀ ਆਤਮਾ ਨੂੰ ਕੱਢਿਆ ਜਾਂਦਾ ਹੈ। ਪੜ ਅਗਨ ਸਾਗਰ ਦੇ ਲਹਿਰੀ। ਉਹ ਜਿਹੜੀ ਵੈਤਰਣੀ ਨਦੀ ਹੈ ਉਹ ਸਮੁੰਦਰ ਦੇ ਵਾਂਗ ਵਾਰ-ਵਾਰ ਜਿਵੇਂ ਪਾਣੀ ਦੀਆਂ ਛੱਲਾਂ ਆਉਂਦੀਆਂ ਨਾ ਗੁਰਮੁਖੋ, ਐਸੇ ਤਰ੍ਹਾਂ ਉਸ ਨਦੀ ਦੇ ਵਿੱਚ ਅੱਗ ਦੀਆਂ ਹੀ ਛੱਲਾਂ ਆਉਂਦੀਆਂ। ਭਾਂਬੜ ਹੀ ਮੱਚਦੇ, ਇੱਧਰ ਨੂੰ ਤੁਰੇ ਆਉਂਦੇ, ਭਾਂਬੜ ਹੀ ਮੱਚਦੇ, ਉੱਧਰ ਨੂੰ ਤੁਰੇ ਜਾਂਦੇ। ਉਹਦੇ ਵਿੱਚੋਂ ਫਿਰ ਆਤਮਾ ਕੱਢੀ ਜਾਂਦੀ ਹੈ। ਜਦੋਂ ਵਿਅਕਤੀ ਮਰ ਕੇ ਜਾਂਦਾ ਹੈ ਨਾ ਪਰਲੋਕ ਨੂੰ, ਤੇ ਪਾਪੀਆਂ ਨੂੰ ਐਸੀ ਸਜ਼ਾ ਦੇਣ ਵਾਸਤੇ ਪਰਮਾਤਮਾ ਨੇ ਪ੍ਰਬੰਧ ਕੀਤਾ ਹੈ। ਪੜ ਦਜਹਿ ਮਨ ਮੁਕਤਾਈ ਹੈ। ਜਿਹੜੇ ਮਨਮੁਖ ਨੇ ਉਹਨਾਂ ਨੂੰ ਉਹਦੇ ਵਿੱਚ ਸੜਨਾ ਹੀ ਪਵੇਗਾ, ਬਚ ਨਹੀਂ ਸਕਣਗੇ। ਪੜ ਦੱਜੇ ਉਹਦੇ ਵਿੱਚ ਪੜ ਕਹੀਏ ਪੈ ਜਾਣਗੇ, ਦੱਜੇ ਕਹੀਏ ਸੜਦੇ ਰਹਿਣਗੇ, ਉਹਨਾਂ ਦੀ ਆਤਮਾ ਸੜੇਗੀ। ਫਿਰ ਬੜੀਆਂ ਭਾਰੀ ਚੀਕਾਂ ਕੂਕਾਂ ਮਾਰੇਗਾ, ਪੁਕਾਰਾਂ ਕਰੇਗਾ, ਪਰ ਉੱਥੇ ਫਿਰ ਤੇਰਾ ਕੋਈ ਸੰਗੀ ਸਾਥੀ ਹੋਣਾ ਹੀ ਨਹੀਂ ਤੇਰੇ ਬਚਾਅ ਕਰਨ ਵਾਲਾ। ਐਸੀ ਤੇਰੀ ਹਾਲਤ ਹੋਣੀ ਹੈ। ਗੁਰ ਪੈ ਮੁਕਤ ਦਾਨ ਦੇ ਭਣ। ਸਤਿਗੁਰਾਂ ਨੂੰ ਪੁੱਛਿਆ ਫਿਰ ਮਹਾਰਾਜ ਕੀ ਕਰਨਾ ਚਾਹੀਦਾ ਹੈ?
ਪਾਤਸ਼ਾਹ ਕਹਿਣ ਲੱਗੇ ਗੁਰ ਪਹਿ ਮੁਕਤ, ਗੁਰੂ ਐਸਾ ਸਮਰੱਥ ਹੈ ਜਿਹਦੇ ਕੋਲ ਮੁਕਤੀ ਦੀ ਦਾਤ ਹੈ। ਜੇ ਉਹ ਵੈਤਰਣੀ ਨਦੀ ਤੋਂ ਬਚਣਾ ਚਾਹੁੰਦਾ ਹੈ, ਅਸਪੱਤਰ ਨਾਮ ਦੇ ਜੰਗਲ ਤੋਂ ਬਚਣਾ ਚਾਹੁੰਦਾ ਹੈ, ਜੇ ਪ੍ਰਲੋਕ ਦੇ ਵਿੱਚ ਜਮਾਂ ਦੀ ਮਾਰ ਤੋਂ ਬਚਣਾ ਚਾਹੁੰਦਾ ਹੈ, ਤੇ ਗੁਰ ਪਹਿ ਮੁਕਤ, ਗੁਰੂ ਦੇ ਕੋਲ ਆ ਕੇ ਮੁਕਤੀ ਮੰਗ ਲਾ। ਮਹਾਰਾਜ ਕਿਰਪਾ ਕਰ ਦਿਓ, ਮੈਨੂੰ ਮੁਕਤੀ ਦੀ ਦਾਤ ਦੇ ਦਿਓ। ਆਪ ਮੁਕਤ ਕਰੈ ਸੰਸਾਰ, ਇਹ ਸਮਰੱਥਾ ਹੈ। ਮਹਾਰਾਜ ਸਾਰੇ ਸੰਸਾਰ ਨੂੰ ਇੱਕ ਛਿਨ ਵਿੱਚ ਹੀ ਮੁਕਤ ਕਰਨ ਦੀ ਸਮਰੱਥਾ ਰੱਖਦੇ। ਪਾਤਸ਼ਾਹ ਕਹਿਣ ਲੱਗੇ ਗੁਰ ਪਹਿ ਮੁਕਤ, ਦਾਨ ਗੁਰੂ ਦੇ ਕੋਲ ਆਵੇਂਗਾ, ਸਤਿਗੁਰੂ ਤੈਨੂੰ ਮੁਕਤੀ ਦਾ ਦਾਨ ਦੇ ਦੇਣਗੇ। ਫਿਰ ਅਸੀਂ ਸਾਰੇ ਹੀ ਭੱਜ ਕੇ ਆ ਜਾਵਾਂਗੇ, ਸਾਨੂੰ ਸਾਰਿਆਂ ਨੂੰ ਮਿਲ ਜਾਵੇ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਦੇ ਭਾਣੇ, ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਣਗੇ ਉਹਨਾਂ ਨੂੰ ਇਹ ਦਾਤ ਮਿਲੇਗੀ। ਭੱਜ ਕੇ ਤੇ ਸਾਰੇ ਹੀ ਆ ਜਾਣਗੇ। ਸਰਕਾਰ ਕੋਈ ਸਕੀਮ ਦੇ ਦੇਵੇ ਸਾਨੂੰ ਵੀ ਤੁਹਾਨੂੰ ਆਹ ਵਸਤੂ ਮਿਲੇਗੀ, ਅਸੀਂ ਸਾਰੇ ਜਾਣੇ ਭੱਜ ਕੇ ਆਵਾਂਗੇ ਨਾ ਵੀ ਲਿਆਓ ਭਾਈ ਮੈਨੂੰ ਵੀ ਚਾਹੀਦੀ ਹੈ। ਫਿਰ ਸਰਕਾਰ ਅੱਗੇ ਸ਼ਰਤ ਰੱਖ ਦਿੰਦੀ ਹੈ, ਸੋ ਉਹ ਸ਼ਰਤ ਸਾਨੂੰ ਪੂਰੀ ਕਰਨੀ ਪਵੇਗੀ ਤੇ ਫਿਰ ਸਾਨੂੰ ਉਹ ਦਾਤ ਮਿਲਦੀ ਹੈ। ਗੁਰੂ ਮੁਕਤੀ ਦਿੰਦਾ ਹੈ, ਪਰ ਗੁਰੂ ਦੀਆਂ ਕੋਈ ਸ਼ਰਤਾਂ ਨੇ, ਕੁਝ ਨਿਯਮ ਨੇ। ਉਹ ਨਿਯਮ ਜਿਹੜੇ ਧਰਮ ਨੇ ਬਣਾਏ ਹੋਏ ਨੇ ਉਹਦੇ ਵਿੱਚ ਰਹਿਣਾ ਪਵੇਗਾ। ਜਿਹੜੇ ਧਰਮ ਦੇ ਨਿਯਮ ਦੇ ਵਿੱਚ ਰਹਿ ਕੇ, ਮਰਿਆਦਾ ਵਿੱਚ ਰਹਿ ਕੇ ਗੁਰੂ ਦੇ ਭਾਣੇ ਵਿੱਚ ਚੱਲਣਗੇ ਨਾ, ਦੁੱਖ ਦੇ ਵਿੱਚ ਵੀ ਬਰਾਬਰ, ਸੁੱਖ ਦੇ ਵਿੱਚ ਵੀ ਬਰਾਬਰ। ਦੁੱਖ ਆ ਗਿਆ ਤਾਂ ਵੀ ਪ੍ਰਮਾਤਮਾ ਤੇਰਾ ਸ਼ੁਕਰ ਹੈ, ਸੁੱਖ ਆ ਗਿਆ ਤਾਂ ਵੀ ਸ਼ੁਕਰ ਹੈ। ਜਿਹੜੇ ਇਸ ਤਰ੍ਹਾਂ ਭਾਣੇ ਵਿੱਚ ਰਹਿਣਗੇ, ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਨੂੰ ਗੁਰੂ ਮੁਕਤੀ ਦਾ ਦਾਨ ਬਖਸ਼ਿਸ਼ ਕਰ ਦਿੰਦੇ ਹਨ। ਜਿਨ ਪਾਇਆ ਸੋਈ ਵਿਦ ਜਾਣੈ। ਗੁਰਮੁਖੋ, ਜਿਸ ਨੇ ਪ੍ਰਮਾਤਮਾ ਨੂੰ ਪਾਇਆ ਨਾ, ਵਿਧੀ ਵੀ ਉਹੀ ਜਾਣਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਗੁਰੂ ਕਿਹਾ ਸਿੱਖਾ ਜੇ ਤੂੰ ਵੀ ਮੁਕਤੀ ਪਾਉਣੀ ਚਾਹਣਾ ਨਾ, ਜੁਗਤੀ ਚਾਹੀਦੀ ਹੈ ਨਾ, ਤੇ ਫਿਰ ਉਹਨਾਂ ਦੀ ਸ਼ਰਨ ਵਿੱਚ ਚਲੇ ਜਾ ਜਿਨ੍ਹਾਂ ਨੇ ਪਾਇਆ ਹੈ। ਉਹ ਫਿਰ ਤੈਨੂੰ ਦੱਸ ਦੇਣਗੇ ਵੀ ਮੈਂ ਇਸ ਤਰ੍ਹਾਂ ਪਾਇਆ ਹੈ, ਤੂੰ ਵੀ ਭਾਈ ਪਿਆਰਿਆ ਇਹ ਕੰਮ ਕਰ, ਤੈਨੂੰ ਵੀ ਉਹ ਮਿਲੇਗਾ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਇੱਕ ਦੂਜੇ ਨੂੰ ਰਸਤਾ ਦੱਸ ਦਿੰਦੇ, ਐਸੀ ਪ੍ਰਾਪਤੀ ਕਰਵਾਉਂਦੇ ਹਨ। ਜਿਨ ਪਾਇਆ ਤਿਨ ਪੁੱਛੋ ਭਾਈ। ਇਸ ਕਰਕੇ ਭਾਈ ਜਿਨ੍ਹਾਂ ਨੇ ਇਹ ਮੁਕਤੀ ਦੀ ਦਾਤ ਪਾਈ ਹੈ ਨਾ, ਉਹਨਾਂ ਨੂੰ ਜਾ ਕੇ ਪੁੱਛ। ਆਪਾਂ ਸੰਸਾਰ ਵਿੱਚ ਰਹਿੰਦੇ ਆ ਨਾ, ਕੋਈ ਚੰਗੀ ਵਸਤੂ ਘਰ ਵਿੱਚ ਲੈ ਆਵੇ, ਮੰਨ ਲਓ ਬੀਬੀਆਂ ਚੰਗਾ ਸੂਟ ਹੀ ਲੈ ਆਉਣ, ਉਹ ਇੱਕ ਦੂਜੇ ਨੂੰ ਪੁੱਛ ਲੈਂਦੀਆਂ ਵੀ ਇਹ ਕਿੱਥੋਂ ਮਿਲਿਆ ਹੈ, ਕਿਹੜੀ ਦੁਕਾਨ ਹੈ, ਤੇ ਫਿਰ ਉਹਦਾ ਅਤਾ ਪਤਾ ਕਰਕੇ ਉੱਥੇ ਪਹੁੰਚ ਜਾਂਦੀਆਂ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਤੂੰ ਵੀ ਇਸੇ ਜੁਗਤੀ ਦਾ ਲਾਭ ਲੈ ਲਾ ਭਾਈ ਪਿਆਰਿਆ। ਜਿਨ੍ਹਾਂ ਨੇ ਪਰਮਾਤਮਾ ਦੇ ਦਰ ਤੋਂ ਮੁਕਤੀ ਪਾਈ ਹੈ ਨਾ, ਉਹਨਾਂ ਕੋਲ ਜਾ ਕੇ ਪੁੱਛ ਵੀ ਮੁਕਤੀ ਤੁਸੀਂ ਕਿਵੇਂ ਪਾਈ ਹੈ ਭਾਈ, ਮੈਨੂੰ ਵੀ ਦੱਸੋ। ਇਸ ਤਰ੍ਹਾਂ ਜਾ ਕੇ ਪੁੱਛਣਾ ਕਰੇਗਾ। ਸੁਖ ਸਤਿਗੁਰ ਸੇਵ ਕਮਾਈ ਹੈ। ਉਹ ਜਿਹੜੇ ਮੁਕਤ ਹੋ ਗਏ ਨੇ ਗੁਰੂ ਕੇ ਸਿੱਖ, ਉਹ ਫਿਰ ਤੈਨੂੰ ਦੱਸਣਗੇ ਵੀ ਭਾਈ ਅਸੀਂ ਗੁਰੂ ਦੀ ਸੇਵਾ ਕੀਤੀ ਹੈ ਤਾਂ ਸਾਨੂੰ ਤਾਂ ਮੁਕਤੀ ਮਿਲੀ ਹੈ। ਸਤਿਗੁਰ ਸੇਵ ਕਮਾਈ ਹੈ, ਅਸੀਂ ਗੁਰੂ ਦੀ ਸੇਵਾ ਕਮਾਈ ਹੈ ਭਾਈ। ਭਾਈ ਮਾਂਝੀਆਂ ਨੇ ਕਮਾਈ ਨਾ ਸੇਵਾ, ਐਸੇ ਤਰ੍ਹਾਂ ਭਾਈ ਮਾਨ ਸਿੰਘ ਨੇ ਕਮਾਈ ਹੈ ਨਾ ਸੇਵਾ। ਇਹ ਜਿਨ੍ਹਾਂ ਗੁਰੂ ਕਿਆਂ ਸਿੱਖਾਂ ਨੇ ਗੁਰੂ ਦੀ ਸੇਵਾ ਦੀ ਕਮਾਈ ਕੀਤੀ ਹੈ, ਤੇ ਫਿਰ ਉਹ ਜਿਹੜੇ ਸਿੱਖ ਨੇ ਉਹ ਮੁਕਤੀ ਦੀ ਦਾਤ ਨੂੰ ਪਾ ਲੈਂਦੇ। ਐਸਿਆਂ ਦੇ ਕੋਲੋਂ ਪੁੱਛ ਜਾ ਕੇ। ਪੁੱਛਣਾ ਉਹਨੂੰ ਹੈ ਜਿਹੜਾ ਪਹਿਲਾਂ ਗੁਰੂ ਨਾਲ ਜੁੜਿਆ ਹੋਇਆ, ਜਿਹਨੇ ਸੇਵਾ ਸਿਮਰਨ ਨੂੰ ਆਪਣਾ ਜ਼ਿੰਦਗੀ ਦਾ ਸੋ ਕਹਿ ਲਈਏ ਇੱਕ ਸਮਾਂ ਬਣਾ ਲਿਆ ਵੀ ਮੈਂ ਸੇਵਾ ਕਰਨੀ ਹੈ, ਮੈਂ ਸਿਮਰਨ ਕਰਨਾ ਹੈ। ਐਸਿਆਂ ਕੋਲੋਂ ਜਾ ਕੇ ਪੁੱਛੇਗਾ ਤੇ ਤਾਂ ਲਾਭ ਹੋਣਾ। ਜਿਹੜਾ ਪਹਿਲਾਂ ਹੀ ਗੁਰੂ ਵੱਲੋਂ ਮਰਿਆ, ਨਿੰਦਕ ਹੈ, ਦੁਸ਼ਟ ਹੈ, ਸੋ ਇਸੇ ਤਰ੍ਹਾਂ ਚੁਗਲ ਹੈ, ਸੰਗਤ ਵਿੱਚ ਕਦੇ ਨਹੀਂ ਆਉਂਦਾ, ਮਨਮੁਖਤਾਈ ਅਵੈੜਤਾਈਆਂ ਕਰਦਾ, ਜੇ ਉਹਨਾਂ ਕੋਲੋਂ ਜਾ ਕੇ ਪੁੱਛੇਗਾ ਤੇ ਉਹਨਾਂ ਨੇ ਤੇ ਮਾੜੀ ਗੱਲ ਹੀ ਤੈਨੂੰ ਕਹਿਣੀ ਹੈ। ਪਰ ਪੁੱਛਣਾ ਵੀ ਜਾ ਕੇ ਉਹਨਾਂ ਨੂੰ ਹੈ ਜਿਨ੍ਹਾਂ ਨੇ ਤੇਰੀ ਪ੍ਰਾਪਤੀ ਕੀਤੀ ਹੈ। ਉਹਨਾਂ ਕੋਲੋਂ ਜਾ ਕੇ ਪੁੱਛੇਗਾ ਤੇ ਉਹ ਫਿਰ ਦੱਸ ਦਿੰਦੇ ਵੀ ਗੁਰੂ ਦੀ ਸੇਵਾ ਕਰਕੇ ਹੀ ਪ੍ਰਮਾਤਮਾ ਮਿਲਿਆ ਹੈ। ਗੁਰਬਿਨ ਉਰਜ ਮਰੈ ਬੇਕਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਪਿਆਰਿਆ, ਗੁਰੂ ਤੋਂ ਬਿਨਾ ਇਹ ਜਿਹੜੇ ਸੰਸਾਰ ਦੇ ਲੋਕ ਨੇ ਉਹ ਵਿਸ਼ੇ ਵਿਕਾਰਾਂ ਵਿੱਚ ਉਰਜ ਕਹੀਏ ਫਸ ਗਏ। ਗੁਰੂ ਤੋਂ ਬਿਨਾ ਵਿਕਾਰਾਂ ਤੋਂ ਕੋਈ ਨਹੀਂ ਬਚਾ ਸਕਿਆ ਹੈ। ਗੁਰ ਬਿਨ, ਗੁਰੂ ਤੋਂ ਬਿਨਾ ਉਰਜ ਮਰਹਿ ਬੇਕਾਰਾ। ਵਿਕਾਰਾਂ ਵਿੱਚ ਉਰਜ ਫਸ ਕੇ ਉਹ ਫਿਰ ਮਨਮੁਖ ਜਿਹੜੇ ਮਰਦੇ ਰਹਿੰਦੇ ਹਨ। ਜਮ ਸਿਰ ਮਾਰੇ ਕਰੇ ਖੁਆਰਾ। ਤੇ ਫਿਰ ਜਿਹੜਾ ਜਮ ਹੈ ਉਹਨਾਂ ਦੇ ਸਿਰ ਵਿੱਚ ਆ ਕੇ ਡੰਡੇ ਮਾਰਦਾ। ਸਿਰ ਵਿੱਚ ਡੰਡਾ ਉਹਦੇ ਵੱਜਦਾ ਜਿਹੜਾ ਗੁਰੂ ਵਾਲਾ ਨਹੀਂ ਹੈ। ਗੁਰਮੁਖ ਕਿਸੇ ਬੱਚੇ ਦਾ ਮਾਂ-ਬਾਪ ਚੜ੍ਹਾਈ ਕਰ ਜਾਵੇ ਨਾ, ਲੋਕ ਉਹਦੇ ਸਿਰ ਵਿੱਚ ਪਟੋਕੀਆਂ ਮਾਰਦੇ, ਸਿਰ ਵਿੱਚ ਚਪੇੜਾਂ ਮਾਰਦੇ, ਬੜਾ ਭਾਰੀ ਦੁੱਖ ਹੁੰਦਾ ਹੈ। ਤੇ ਜਿਹਦਾ ਮਾਂ-ਬਾਪ ਹੋਵੇ, ਜੇ ਉਹਦੇ ਸਿਰ ਵਿੱਚ ਕੋਈ ਚਪੇੜ ਮਾਰੇ ਤੇ ਉਸ ਵੇਲੇ ਮਾਂ-ਬਾਪ ਰੋਕ ਦਿੰਦਾ, ਕਿਉਂ ਮਾਰਿਆ ਇਹਦੇ ਸਿਰ ਦੇ ਵਿੱਚ, ਕਿ ਤੈਨੂੰ ਕੀ ਲੱਗਦਾ ਵੀ ਇਹਦਾ ਕੋਈ ਨਹੀਂ ਹੈ,
ਅਸੀਂ ਨਹੀਂ ਬੈਠੇ, ਉਸੇ ਵੇਲੇ ਝਿੜਕਿਆ ਜਾਂਦਾ ਹੈ। ਐਸੇ ਤਰ੍ਹਾਂ ਗੁਰਮੁਖੋ ਜਿਹੜੇ ਗੁਰੂ ਵਾਲੇ ਨਹੀਂ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਿਨ੍ਹਾਂ ਨੇ ਗੁਰੂ ਨੂੰ ਮਾਤਾ ਪਿਤਾ ਨਹੀਂ ਬਣਾ ਲਿਆ, ਉਹਨਾਂ ਦੇ ਸਿਰ ਵਿੱਚ ਡੰਡਾ ਹੀ ਮਾਰਦਾ, ਫਿਰ ਜੰਮ ਚਪੇੜਾ ਮਾਰਦਾ, ਡੰਡੇ ਮਾਰਦਾ। ਜਿਹੜੇ ਗੁਰੂ ਵਾਲੇ ਬਣ ਜਾਂਦੇ, ਕੇਸ ਰੱਖ ਲੈਂਦੇ ਸਿਰ ਦੇ ਉੱਪਰ, ਕੰਘਾ ਲਾ ਲੈਂਦੇ ਮਹਾਰਾਜ ਦੀ ਨਿਸ਼ਾਨੀ, ਉਹਨਾਂ ਦੇ ਸਿਰ ਵਿੱਚ ਫਿਰ ਜੰਮ ਡੰਡਾ ਨਹੀਂ ਮਾਰ ਸਕਦਾ ਹੈ। ਇਹ ਨਿਸ਼ਾਨੀ ਹੈ ਵੀ ਇਹ ਗੁਰੂ ਵਾਲਾ ਹੈ। ਸੋ ਇਹਦੇ ਸਿਰ ਤੇ ਇਹਦਾ ਗੁਰੂ ਖੜਾ ਹੋਇਆ, ਸਿਰ ਉੱਪਰ ਠਾਡਾ ਗੁਰ ਸੂਰਾ, ਇਹਦੇ ਸਿਰ ਤੇ ਇਹਦਾ ਗੁਰੂ ਖਲੋਤਾ ਮਿਹਰ ਦਾ ਹੱਥ ਲੈ ਕੇ, ਫਿਰ ਜੰਮ ਡੰਡਾ ਨਹੀਂ ਮਾਰ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ ਮਨਮੁਖਾਂ ਦੇ ਸਿਰਾਂ ਵਿੱਚ ਡੰਡੇ ਪੈਂਦੇ, ਉਹ ਭਾਰੀ ਖਰਾਬ ਹੁੰਦੇ ਹਨ। ਬਾਧੇ ਮੁਕਤ ਨਾਹੀ ਨਰ ਨਿੰਦਕ। ਜਿਹੜੇ ਨਿੰਦਿਆ ਕਰਨ ਵਾਲੇ ਲੋਕ ਨੇ ਉਹ ਬੰਨੇ ਜਾਂਦੇ ਨਿੰਦਿਆ ਕਰ ਕਰਕੇ, ਤੇ ਕਦੇ ਮੁਕਤੀ ਨਹੀਂ ਮਿਲਦੀ। ਨਿੰਦਕ ਨੂੰ ਕਦੇ ਮੁਕਤੀ ਨਹੀਂ ਮਿਲਦੀ ਹੈ, ਕਿਉਂਕਿ ਉਹ ਨਿੰਦਿਆ ਕਰਕੇ ਦੂਜਿਆਂ ਦਾ ਭਾਰ ਚੁੱਕ ਲੈਂਦਾ ਹੈ। ਡੁਬੈ ਨਿੰਦ ਪਰਾਈ ਹੈ। ਉਹ ਪਰਾਈ ਦੀ ਨਿੰਦਿਆ, ਕਿਉਂਕਿ ਆਪਣੀ ਨਿੰਦਿਆ ਤੇ ਹੁੰਦੀ ਨਹੀਂ ਨਾ, ਆਪਣੀ ਤੇ ਹਮੇਸ਼ਾ ਸਲੋਤ ਹੁੰਦੀ ਹੈ। ਦੂਜਿਆਂ ਦੇ ਕੋਲ ਆਪਣਾ ਤੇ ਪਟਾਰਾ ਜਾ ਕੇ ਇਹ ਖੁੱਲਣਾ ਵੀ ਮੈਂ ਆਹ ਪਰਉਪਕਾਰ ਕੀਤਾ, ਮੈਂ ਆਹ ਭਲਾ ਕੀਤਾ, ਮੈਂ ਤੇ ਬੜਾ ਹੀ ਚੰਗਾ। ਪਰ ਜਦੋਂ ਦੂਜੇ ਦੀ ਗੱਲ ਕਰੇਗਾ ਫਿਰ ਨਿੰਦਿਆ ਕਰੇਗਾ, ਮੈਂ ਇਹਨੂੰ ਜਾਣਦਾ ਹਾਂ, ਮੈਨੂੰ ਇਹਦੇ ਬਾਰੇ ਪਤਾ ਹੈ, ਇਹ ਹੈ, ਇਹਦੇ ਵਿੱਚ ਇਹ ਔਗਣ ਹੈ। ਇਸ ਤਰ੍ਹਾਂ ਦੂਜਿਆਂ ਦੀ ਨਿੰਦਿਆ ਕਰਦਾ। ਨਿੰਦਿਆ ਦਾ ਬਚਨ ਇਹ ਹੈ ਵੀ ਜਿਵੇਂ ਸ਼ੇਰ ਨੂੰ ਗਧਾ ਕਹਿ ਦੇਣਾ ਹੈ, ਇਹ ਨਿੰਦਿਆ ਹੈ। ਵੀ ਗੱਲ ਕੁਝ ਹੋਰ ਹੈ ਤੇ ਬਣਾ ਕੇ ਕੁਝ ਹੋਰ ਦੱਸਣੀ, ਇਹ ਨਿੰਦਿਆ ਹੈ। ਮਹਾਰਾਜ ਕਹਿਣ ਲੱਗੇ ਭਾਈ ਨਿੰਦਿਆ ਕਰਨ ਵਾਲੇ ਨਿੰਦਿਆ ਕਰ ਕਰਕੇ ਨਿੰਦਿਆ ਵਿੱਚ ਹੀ ਡੁੱਬ ਗਏ ਤੇ ਉਹ ਛੁੱਟੇ ਨਹੀਂ ਨਿੰਦਿਆ ਦੇ ਵਿੱਚੋਂ। ਐਸੇ ਨਿੰਦਕਾਂ ਦੀ ਹਾਲਤ ਹੋਈ ਹੈ। ਬੋਲੋ ਸਾਚ ਪਛਾਣੋ ਅੰਦਰ। ਜੇ ਭਾਈ ਸੱਚ ਬੋਲੋਗੇ ਨਾ, ਨਾਮ ਜਪੋਗੇ, ਸੱਚ ਬੋਲਣਾ, ਤੁਸੀਂ ਆਪਣੇ ਅੰਦਰ ਪ੍ਰਮਾਤਮਾ ਨੂੰ ਪਛਾਣ ਲਵੋਗੇ। ਤਾਂ ਹੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਆਖਿਆ ਮੇਰਾ ਸਿੱਖ ਸੱਚ ਬੋਲੇਗਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇਹ ਮਹਾਰਾਜ ਦੇ ਬਚਨ ਵੀ ਨੇ। ਸੱਚ ਬੋਲਣਾ ਇਹ ਧਰਮ ਦੀ ਕਮਾਈ ਹੈ, ਝੂਠਾ ਬਚਨ ਨਹੀਂ ਕਦੇ ਕਿਸੇ ਸਿੱਖ ਨੇ ਗੁਰੂ ਦੇ ਨੇ ਕਹਿਣਾ ਹੈ। ਸੋ ਮਹਾਰਾਜ ਕਹਿਣ ਲੱਗੇ ਬੋਲੋ ਸਾਚ, ਗੁਰੂ ਕਿਆ ਸਿਖਾ, ਹਰ ਵੇਲੇ ਸੱਚਾ ਬਚਨ ਆਪਣੇ ਮੁਖੋਂ ਕਿਹਾ ਕਰ। ਸੋ ਪਛਾਣੋ ਅੰਦਰ, ਫਿਰ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਪਛਾਣ ਲਵੇਂਗਾ, ਅੰਦਰੋਂ ਪ੍ਰਾਪਤੀ ਹੈ। ਦੂਰ ਨਾਹੀ ਦੇਖੋ ਘਰ ਨੰਦਰ। ਨੰਦਰ ਤੋਂ ਭਾਵ ਹੈ ਨਿਗਾਹ ਭਰ ਕੇ ਵੇਖੇਗਾ, ਪ੍ਰਮਾਤਮਾ ਦੂਰ ਨਹੀਂ, ਉਹ ਤੇਰੇ ਅੰਦਰ ਹੀ ਹੈ। ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਬਾਬਾ ਫਰੀਦ ਸਾਹਿਬ ਜੀ ਨੂੰ ਨਜ਼ਰ ਭਰ ਕੇ ਵੇਖਿਆ, ਅੰਦਰੋਂ ਹੀ ਮਿਲ ਪਿਆ ਪ੍ਰਮਾਤਮਾ। ਪਾਤਸ਼ਾਹ ਕਹਿਣ ਲੱਗੇ ਦੂਰ ਨਾਹੀ ਦੇਖੇ ਕਰ ਨੰਦਰ। ਨੰਦਰ ਤੋਂ ਭਾਵ ਹੈ ਨਿਗਾਹ ਭਰ ਕੇ ਜਦੋਂ ਵੇਖੇਗਾ ਨਾ ਆਪਣੇ ਅੰਦਰ, ਜਦੋਂ ਸੱਚ ਬੋਲੇਗਾ, ਉਹ ਪਰਮਾਤਮਾ ਦੂਰ ਨਹੀਂ, ਤੇਰੇ ਅੰਦਰ ਹੀ ਤੈਨੂੰ ਦਿਸ ਪਵੇਗਾ। ਫਿਰ ਫਰਮਾਉਂਦੇ ਹਨ ਦੂਰ ਨਾਹੀ ਦੇਖੋ ਘਰ ਨੰਦਰ। ਜਾਂ ਆਪਾਂ ਇਸ ਤਰ੍ਹਾਂ ਕਹੀਏ ਦੂਰ ਨਹੀਂ, ਤੇਰੇ ਅੰਦਰ ਹੀ ਹੈ, ਪਰ ਤੈਨੂੰ ਵੇਖਣਾ ਨਹੀਂ ਅਜੇ ਤੱਕ ਆਇਆ ਹੈ। ਜਦੋਂ ਵੇਖੇਗਾ ਤੈਨੂੰ ਅੰਦਰੋਂ ਹੀ ਦਿਸ ਪੈਣਾ ਹੈ। ਬਿਗਨ ਨਾਹੀ ਗੁਰਮੁਖ ਤਰ ਤਾਰੀ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ? ਤਰ ਤਾਰੀ। ਗੁਰੂ ਦੀ ਸ਼ਰਨ ਵਿੱਚ ਆ ਕੇ ਨਾ ਗੁਰਮੁਖੋ, ਤਾਰੀ ਜਿਹੜੀ ਭਗਤੀ ਰੂਪੀ ਬੇੜੀ ਹੈ, ਇਹਦੇ ਵਿੱਚ ਸਵਾਰ ਹੋ ਜਾਂਦੇ। ਜਿਵੇਂ ਬੇੜੇ 'ਚ ਸਵਾਰ ਹੋਈਏ ਤੇ ਪਾਰ ਹੋ ਜਾਈਦਾ, ਦਰਿਆ ਲੰਘ ਜਾਈਦਾ ਹੈ। ਸੰਸਾਰ ਤੋਂ ਲੰਘਣਾ ਚਾਹਣਾ, ਗੁਰੂ ਕਿਆ ਸਿੱਖਾ, ਤੇ ਭਗਤੀ ਦੀ ਬੇੜੀ ਦੇ ਵਿੱਚ ਸਵਾਰ ਹੋ ਜਾ। ਜਦੋਂ ਭਗਤੀ ਦੀ ਬੇੜੀ ਵਿੱਚ ਸਵਾਰ ਹੋਵੇਂਗਾ ਤੇ ਫਿਰ ਸੰਸਾਰ ਤੋਂ ਤਰ ਜਾਏਗਾ। ਬਿਗਨ ਨਾਹੀ, ਫਿਰ ਤੇਰੇ ਜੀਵਨ ਵਿੱਚ ਬਿਗਨ ਨਹੀਂ ਪਵੇਗਾ। ਮੁਕਤ ਹੋਣ ਤੋਂ ਬਿਗਨ ਬਿਨਾਸਨ, ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾ। ਗੁਰੂ ਨੇ ਨਾਮ ਹੀ ਸਾਨੂੰ ਇਹੋ ਜਿਹਾ ਬਖਸ਼ਿਸ਼ ਕਰ ਦਿੱਤਾ ਹੈ ਕਿ ਨਾਮ ਫਿਰ ਕਿਸੇ ਗੱਲ ਦਾ ਵਿਘਨ ਪੈਣ ਹੀ ਨਹੀਂ ਦਿੰਦਾ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਹਨ। ਇਉਂ ਭਵਜਲ ਪਾਰ ਲੰਘਾਈ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਕੇ ਤੈਨੂੰ ਸੰਸਾਰ ਤੋਂ ਪਾਰ ਕਰ ਦੇਣਗੇ। ਜੇ ਤੂੰ ਪਾਰ ਹੋਣਾ ਚਾਹਣਾ ਨਾ ਵੀ ਦੁਨੀਆ ਤਰ ਜਾਈਏ, ਤੇ ਫਿਰ ਤੈਨੂੰ ਇਹ ਬਚਨ ਕਮਾਉਣਾ ਪਵੇਗਾ, ਸਤਿਗੁਰਾਂ ਦੀ ਭਗਤੀ ਕਰਨੀ ਪਵੇਗੀ। ਭਗਤੀ ਰੂਪੀ ਬੇੜੇ ਤੇ ਚੜ੍ਹ ਕੇ ਪਾਰ ਹੋ ਜਾਏਗਾ, ਵਿਘਨ ਨਹੀਂ ਪਵੇਗਾ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਸੰਸਾਰ ਤੋਂ ਤਰਿਆ ਜਾਣਾ ਹੈ। ਦੇਹੀ ਅੰਦਰ ਨਾਮ ਨਿਵਾਸੀ। ਗੁਰਮੁਖਾ ਤੇਰੀ ਇਸ ਦੇਹੀ ਦੇ ਵਿੱਚ ਹੀ ਨਾ ਪ੍ਰਮਾਤਮਾ ਦਾ ਨਾਮ ਵਸਿਆ। ਨਾਮ ਕੋਈ ਬਾਹਰੋਂ ਨਹੀਂ ਹੈ ਤੇਰੇ ਅੰਦਰ ਹੀ ਹੈ। ਜਿਵੇਂ ਆਪਾਂ ਨਲਕਾ ਲਾ ਲਈਏ ਨਾ, ਨਲਕੇ ਨੂੰ ਚਲਾਉਣ ਵਾਸਤੇ ਉਤੋਂ ਗੜਵੀ ਪਾਣੀ ਪਾਉਣੀ ਪੈਂਦੀ ਹੈ, ਫਿਰ ਚੱਲ ਪੈਂਦਾ। ਨਾਮ ਤੇਰੇ ਅੰਦਰ ਹੀ ਹੈ, ਬਸ ਉਹਨੂੰ ਚਲਾਉਣ ਵਾਸਤੇ ਪਹਿਲਾਂ ਬਾਹਰੋਂ ਥੋੜ੍ਹਾ ਚਿਰ ਜਪਣਾ ਪਵੇਗਾ।
ਫਿਰ ਬਾਹਰਲਾ ਨਾਮ ਅੰਦਰ ਦੇ ਨਾਲ ਜੁੜ ਜਾਏਗਾ, ਫਿਰ ਆਪਣੇ ਆਪ ਹੀ ਚੱਲਦਾ। ਦੇਹੀ ਅੰਦਰ ਨਾਮ ਨਿਵਾਸੀ, ਤੇਰੀ ਦੇਹ ਦੇ ਅੰਦਰ ਹੀ ਉਹਦਾ ਨਾਮ ਵਸਿਆ ਹੈ। ਆਪੇ ਕਰਤਾ ਹੈ ਅਬਿਨਾਸੀ। ਉਹ ਅਬਿਨਾਸੀ ਕਰਤਾ ਪੁਰਖ ਜਿਹੜਾ ਹੈ ਨਾਮ ਜਪਣ ਵਾਲਾ, ਫਿਰ ਉਹਦਾ ਸਰੂਪ ਹੀ ਹੋ ਜਾਂਦਾ ਹੈ। ਹਰ ਜਨ ਦੋਈ ਏਕ ਹੈ, ਨਾਮ ਜਪਣ ਵਾਲੇ ਰੱਬ ਦਾ ਰੂਪ ਹੀ ਹੋ ਗਏ, ਫਰਕ ਨਹੀਂ ਰਹਿ ਜਾਂਦਾ। ਐਸੀ ਅਵਸਥਾ ਪ੍ਰਾਪਤ ਹੁੰਦੀ ਹੈ। ਨਾ ਜੀਉ ਮਰੇ ਨਾ ਮਾਰਿਆ ਜਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜੀਵ ਮਰਦਾ ਨਹੀਂ ਹੈ, ਤੇ ਨਾ ਹੀ ਇਸ ਨੂੰ ਕੋਈ ਜਮ ਵਗੈਰਾ ਮਾਰ ਸਕਦਾ ਹੈ। ਨਾ ਜੀਉ ਮਰੇ, ਨਾ ਤੇ ਇਹ ਜੀਵ ਮਰਦਾ ਹੈ, ਨਾ ਮਾਰਿਆ ਜਾਈ, ਜਮ ਵੀ ਇਹਨੂੰ ਆ ਕੇ ਮਾਰ ਨਹੀਂ ਸਕਦੇ ਹਨ। ਕਰ ਦੇਖੈ ਸ਼ਬਦ ਰਜਾਈ ਸੋ ਹੈ। ਜਿਨ੍ਹਾਂ ਨੇ ਰਜਾਈ ਕਹੀਏ, ਆਗਿਆ ਦੇ ਕਰਨ ਵਾਲੇ ਸ਼ਬਦ ਕਹੀਏ, ਬ੍ਰਹਮ ਨੂੰ ਵੇਖ ਲਿਆ ਨਾ ਭਾਈ, ਐਸੇ ਜਿਹੜੇ ਗੁਰਮੁਖ ਨੇ ਫਿਰ ਉਹ ਮਰਦੇ ਨਹੀਂ। ਮਹਾਰਾਜ ਜੀ ਦਾ ਬਚਨ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜੇ ਇਸ ਤਰ੍ਹਾਂ ਨਾਮ ਦੀ ਕਮਾਈ ਕਰਨ ਵਾਲੇ ਸਾਧੂ ਨੇ, ਉਹ ਸਦਾ ਵਾਸਤੇ ਰਹਿਣ ਵਾਲੇ ਹਨ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਹੈ, ਜਿਨ੍ਹਾਂ ਨੇ ਉਹਦੀ ਰਜਾ ਵਿੱਚ ਰਹਿਣਾ ਕੀਤਾ ਹੈ। ਉਹ ਨਿਰਮਲ ਹੈ ਨਾਹੀ ਅੰਧਿਆਰਾ। ਗੁਰਮੁਖੋ, ਉਹ ਜੋ ਬ੍ਰਹਮ ਹੈ ਨਾ, ਉਹ ਨਿਰਮਲ ਹੈ, ਸ਼ੁੱਧ ਸਰੂਪ ਹੈ, ਉਹਦੇ ਵਿੱਚ ਅਗਿਆਨਤਾਈ ਦਾ ਕੋਈ ਹਨੇਰਾ ਹੈ ਹੀ ਨਹੀਂ, ਐਸਾ ਉਹ ਪਰਮਾਤਮਾ ਹੈ। ਉਹ ਆਪੇ ਤਖਤ ਬਹਿ ਸਚਿਆਰਾ। ਉਹ ਸਚਿਆਰ ਹੀ ਤਖਤ ਕਹੀਏ ਸਤ ਸੰਗਤ ਵਿੱਚ ਆ ਕੇ ਬੈਠਾ। ਜਿਸ ਸੰਗਤ ਵਿੱਚ ਆਪਾਂ ਬੈਠੇ ਆ ਨਾ, ਇਸ ਸੰਗਤ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਨਿਵਾਸ ਹੈ। ਜਿਹੜੀ ਸੰਗਤ ਵਿੱਚ ਆਪਾਂ ਬੈਠੇ ਆ, ਇੱਥੇ ਅਕਾਲ ਪੁਰਖ ਆਪ ਆ ਕੇ ਵਸਿਆ ਹੋਇਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਬਚਨ ਸੱਚਾ, ਝੂਠਾ ਬਚਨ ਕੋਈ ਨਹੀਂ ਹੈ। ਇਸ ਸੰਗਤ ਵਿੱਚ ਉਹ ਆਪ ਵਸਿਆ ਹੋਇਆ, ਆਪ ਬੈਠਾ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਜਿਹੜੇ ਗੁਰਮੁਖ ਨਾਮ ਜਪਦੇ ਨੇ, ਸੰਗਤ ਵਿੱਚ ਆ ਕੇ ਬੈਠਦੇ, ਤਖਤ ਬਹਿ, ਉਹ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਕਰ ਲੈਂਦੇ, ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸਾਖਤ ਕੂੜੇ ਬੰਦ ਭਵਾਈਐ। ਜਿਹੜੇ ਸਾਖਤ ਪੁਰਸ਼ ਨੇ, ਕੂੜੇ ਝੂਠੇ ਨੇ, ਉਹਨਾਂ ਨੂੰ ਪ੍ਰਮਾਤਮਾ ਨੇ ਬੰਧਨ ਤਾਂ ਪਾਏ ਨੇ ਕਿਉਂਕਿ ਉਹ ਧੰਦਿਆਂ ਦੇ ਵਿੱਚ ਬੰਨੇ ਹੋਏ, ਧੰਦੇ ਹੀ ਨਹੀਂ ਉਹਨਾਂ ਨੂੰ ਛੱਡਦੇ। ਕਈ ਵਾਰ ਸਾਡਾ ਕੋਈ ਐਸਾ ਰਿਸ਼ਤੇਦਾਰ ਹੁੰਦਾ ਨਾ, ਆਪਾਂ ਉਸ ਨੂੰ ਜਾਣਦੇ ਹੋਈਦਾ, ਆਪਾਂ ਆਮ ਹੀ ਕਹਿ ਦਿੰਦੇ ਸਾਡਾ ਫਲਾਣਾ ਰਿਸ਼ਤੇਦਾਰ ਹੈ, ਉਹ ਘਰੋਂ ਬਾਹਰ ਹੀ ਨਹੀਂ ਨਿਕਲਦਾ, ਘਰ ਵਿੱਚ ਹੀ ਹਰ ਵੇਲੇ ਲੱਗਾ ਰਹਿੰਦਾ। ਜੇ ਉਹਨੂੰ ਕਦੇ ਪੁੱਛ ਲਈਏ, ਭਾਈ ਤੂੰ ਮਿਲਣੀ ਕਦੇ ਆ ਜਾਇਆ ਕਰ 20-25 ਸਾਲਾਂ ਬਾਅਦ, ਕਹਿਣ ਲੱਗਾ ਆ ਤੇ ਜਾਵਾਂ, ਪਰ ਘਰ ਦੇ ਧੰਦੇ ਹੀ ਨਹੀਂ ਨਿਬੜਦੇ ਪਏ, ਮੈਂ ਤੇ ਕੰਮ ਦੇ ਵਿੱਚ ਹੀ ਬੜਾ ਵਿਅਸਤ ਹਾਂ। ਇਸ ਤਰ੍ਹਾਂ ਦੇ ਵੀ ਸੰਸਾਰੀ ਲੋਕ ਨੇ, ਜਿਹੜੇ ਘਰ ਦੇ ਧੰਦੇ ਛੱਡਣਾ ਹੀ ਨਹੀਂ ਚਾਹੁੰਦੇ, ਹਰ ਵੇਲੇ ਧੰਦੇ ਵਿੱਚ ਹੀ ਫਸੇ ਰਹਿੰਦੇ। ਪਾਤਸ਼ਾਹ ਕਹਿੰਦੇ ਸਾਖਤ ਕੂੜੇ, ਉਹ ਸਾਖਤ ਮਨਮੁਖ ਨੇ ਭਾਈ, ਜਿਹੜੇ ਧੰਦੇ ਵਿੱਚ ਹੀ ਫਸੇ ਹੋਏ, ਕੂੜੇ ਕਹੀਏ ਝੂਠੇ ਨੇ, ਐਸੀ ਉਹਨਾਂ ਦੀ ਹਾਲਤ ਹੈ। ਬੰਦ ਭਵਾਈਐ, ਉਹਨਾਂ ਨੂੰ ਪ੍ਰਮਾਤਮਾ ਨੇ ਬੰਧਨਾਂ ਵਿੱਚ ਬੱਧਾ ਹੋਇਆ। ਕਿਸੇ ਨੂੰ ਮੋਹ ਦਾ ਬੰਧਨ ਹੈ, ਕਿਸੇ ਨੂੰ ਵਿਕਾਰਾਂ ਦਾ ਬੰਧਨ ਹੈ, ਐਸੇ ਬੰਧਨਾਂ ਵਿੱਚ ਬੱਧੇ ਹੋਏ ਭਵਾਈਐ, ਭਵਾਏ ਜਾਣਗੇ 84 ਲੱਖ ਜੂਨਾਂ ਦੇ ਵਿੱਚ, ਐਸੀ ਹਾਲਤ ਹੁੰਦੀ ਹੈ। ਮਰ ਜਨਮ ਹੈ ਆਈ ਜਾਈ ਹੈ। ਐਸੇ ਜਿਹੜੇ ਮਨਮੁਖ ਨੇ, ਉਹ ਮਰ ਕੇ ਦੁਨੀਆ ਤੋਂ ਜਾਣਗੇ। ਕੀ ਖਹਿੜਾ ਛੁੱਟ ਜਾਏਗਾ? ਨਹੀਂ, ਖਹਿੜਾ ਨਹੀਂ ਛੁੱਟੇਗਾ, ਜੰਮ ਕੇ ਫਿਰ ਆਉਣਾ ਪਵੇਗਾ ਦੁਨੀਆ ਵਿੱਚ। ਕਦੇ ਜੰਮ ਕੇ ਆਉਂਦੇ, ਕਦੇ ਮਰ ਕੇ ਜਾਂਦੇ, ਇਸ ਤਰ੍ਹਾਂ ਵਾਰ-ਵਾਰ ਦੁਨੀਆ ਤੇ ਆਉਂਦੇ ਜਾਂਦੇ, ਜੰਮਦੇ ਮਰਦੇ ਰਹਿੰਦੇ। ਮਨਮੁਖਾਂ ਦੀ ਐਸੀ ਹਾਲਤ ਹੈ, ਇਸ ਤਰ੍ਹਾਂ ਜਨਮਾਂ ਵਿੱਚ ਤੁਰੇ ਆਉਂਦੇ ਹਨ। ਗੁਰ ਕੇ ਸੇਵਕ ਸਤਿਗੁਰ ਪਿਆਰੇ। ਗੁਰਮੁਖੋ, ਗੁਰੂ ਦੇ ਸੇਵਕ ਹਨ ਜਿਹੜੇ, ਉਹ ਸਤਿਗੁਰਾਂ ਨੂੰ ਪਿਆਰੇ ਲੱਗਦੇ। ਸਤਿਗੁਰੂ ਵੀ ਆਪਣੇ ਸਿੱਖਾਂ ਨੂੰ ਪਿਆਰ ਕਰਦੇ, ਕਿਉਂਕਿ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਸਣ ਤੇ ਬੈਠੇ ਹੋਏ, ਸੰਗਤਾਂ ਦਰਸ਼ਨ ਕਰਦੀਆਂ ਪਈਆਂ, ਆਸਾ ਦੀ ਵਾਰ ਗੁਰਬਾਣੀ ਦਾ ਕੀਰਤਨ ਹੁੰਦਾ ਪਿਆ। ਉਸ ਵੇਲੇ ਸਤਿਗੁਰੂ ਆਪਣੇ ਮੁਖ ਤੋਂ ਕੁਝ ਬੋਲਦੇ ਪਏ, ਮਹਾਰਾਜ ਦੇ ਬੁੱਲ ਹਿੱਲਦੇ ਪਏ। ਪਿਆਰੇ ਭਾਈ ਦਇਆ ਸਿੰਘ ਨੇ ਵੇਖਿਆ ਵੀ ਮਹਾਰਾਜ ਇਸ ਵੇਲੇ ਕੀ ਕਰਦੇ ਪਏ। ਪੁੱਛਿਆ, ਪਾਤਸ਼ਾਹ ਜੀ ਸਾਰੀਆਂ ਸੰਗਤਾਂ ਤੇ ਤੁਹਾਡਾ ਨਾਮ ਜਪਦੀਆਂ ਪਈਆਂ, ਤੁਹਾਨੂੰ ਚੇਤੇ ਕਰਦੀਆਂ ਪਈਆਂ, ਸਾਰੇ ਆਖਦੇ ਪਏ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਰੇ ਮਹਾਰਾਜ ਤੁਹਾਨੂੰ ਯਾਦ ਕਰਦੇ ਪਏ। ਪਾਤਸ਼ਾਹ ਆਪ ਜੀ ਦੇ ਬੁੱਲ ਵੀ ਹਿਲਦੇ ਪਏ, ਤੁਸੀਂ ਵੀ ਕੁਝ ਬੋਲਦੇ ਪਏ, ਆਪ ਜੀ ਕੀ ਕਰਦੇ ਪਏ ਹੋ? ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਚਨ ਸੁਣਦੇ ਪਏ, ਕਹਿਣ ਲੱਗੇ ਭਾਈ ਦਇਆ ਸਿੰਘ ਸਾਹਿਬ ਜੀ, ਬਚਨ ਇਹ ਹੈ ਜਿਹੜੇ ਸਿੱਖ
ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਕੇ ਸਾਨੂੰ ਯਾਦ ਕਰਦੇ ਪਏ, ਅਸੀਂ ਵੀ ਉਹਨਾਂ ਸਿੱਖਾਂ ਨੂੰ ਯਾਦ ਕਰਦੇ ਪਏ ਹਾਂ। ਬੋਲੇ ਸੋ ਨਿਹਾਲ। ਐਸੀ ਦਾਤ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿਣ ਲੱਗੇ ਜਿਹੜੇ ਗੁਰੂ ਦੇ ਸੇਵਕ ਨੇ ਭਾਈ ਉਹ ਗੁਰੂ ਨੂੰ ਵੀ ਪਿਆਰੇ ਨੇ। ਬਾਬਾ ਫਰੀਦ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਪਾਤਸ਼ਾਹ ਲਾਗੋ ਹਰ ਫਿਰੇ ਕਹਿਤ ਕਬੀਰ। ਕਬੀਰ ਜਿਵੇਂ ਮਾਂ ਬੱਚੇ ਦੇ ਪਿੱਛੇ ਦੌੜੀ ਫਿਰਦੀ ਹੈ, ਇਸ ਤਰ੍ਹਾਂ ਫਿਰ ਉਹ ਰੱਬ ਵੀ ਆਪਣੇ ਭਗਤਾਂ ਦੇ ਪਿੱਛੇ ਪਿੱਛੇ, ਕਿਉਂਕਿ ਭਗਤ ਪਿਆਰੇ ਜੂ ਲੱਗਦੇ ਪਏ ਉਸ ਨੂੰ। ਮਹਾਰਾਜ ਕਹਿਣ ਲੱਗੇ, ਗੁਰ ਕੇ ਸੇਵਕ ਸਤਿਗੁਰ ਪਿਆਰੇ। ਗੁਰੂ ਦੇ ਸੇਵਕ ਗੁਰੂ ਨੂੰ ਪਿਆਰੇ ਹੋਇਆ ਕਰਦੇ, ਜਾਣ ਤੋਂ ਵੱਧ ਪਿਆਰੇ ਹੋਇਆ ਕਰਦੇ। ਐਸਾ ਪਿਆਰ ਮਹਾਰਾਜ ਆਪਣੇ ਸਿੱਖਾਂ ਨੂੰ ਕਰਦੇ ਹਨ। ਓਏ ਵੈਸੇ ਤਖਤ ਸੋ ਸ਼ਬਦ ਵਿਚਾਰੇ। ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨਾ ਬ੍ਰਹਮ ਦੀ, ਉਹ ਫਿਰ ਸਰੂਪ ਰੂਪੀ ਤਖਤ ਦੇ ਉੱਪਰ ਜਾ ਕੇ ਬੈਠਦੇ, ਸਰੂਪ ਦੀ ਪ੍ਰਾਪਤੀ ਹੁੰਦੀ, ਐਸੀ ਦਾਤ ਪਾਉਂਦੇ ਹਨ। ਤਤ ਲਹੇ ਅੰਤਰਗਤ ਜਾਣੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖ ਜਿਹੜੇ ਨੇ ਤਤ ਲਹਿ, ਤਤ ਕਹੀਏ ਸਿਧਾਂਤ, ਸਿਧਾਂਤ ਸਰੂਪ ਹੈ ਪਰਮਾਤਮਾ, ਉਸ ਨੂੰ ਲਹਿ, ਉਸ ਨੂੰ ਲੈ ਲੈਂਦੇ। ਅੰਤਰਗਤ ਜਾਣੇ, ਅੰਤਰੇ ਭੇਦ ਦੀ ਨਿਵਰਤੀ ਕਿਵੇਂ ਕਰਨੀ ਹੈ, ਅੰਤਰੇ ਭੇਦ ਨੂੰ ਖਤਮ ਕਿਵੇਂ ਕਰਨਾ ਹੈ, ਇਹ ਸੋਝੀ ਗੁਰਮੁਖ ਜਾਣਦੇ ਹਨ। ਸਤ ਸੰਗਤ ਸਾਚ ਵਡਾਈ ਹੈ। ਸਤ ਸੰਗਤ ਵਿੱਚ ਫਿਰ ਉਹਨਾਂ ਗੁਰਮੁਖਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਐਸੇ ਗੁਰਮੁਖ ਜਿਹੜੇ ਸਤ ਸੰਗਤ ਵਿੱਚ ਆ ਕੇ ਬੈਠਦੇ ਨਾ, ਇਹ ਸੰਗਤ ਫਿਰ ਗੁਰਮੁਖੋ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕਰਦੀ, ਮਾਣ ਬਖਸ਼ਿਸ਼ ਹੁੰਦਾ। ਸੰਗਤ ਵਿੱਚ ਆ ਕੇ ਐਸੀਆਂ ਦਾਤਾਂ ਮਿਲਦੀਆਂ ਹਨ। ਆਪ ਤਰੇ ਜਨ ਪਿਤਰਾ ਤਾਰੇ। ਜਿਹੜੇ ਨਾਮ ਜਪਦੇ ਨੇ ਨਾ, ਉਹ ਗੁਰਮੁਖੋ ਆਪ ਤਰ ਜਾਂਦੇ। ਨਾਮ ਜਪਣ ਵਾਲਿਆਂ ਦੇ ਪਿੱਤਰ ਵੱਡੇ ਵਡੇਰੇ ਜਿਹੜੇ ਪਹਿਲਾਂ ਸਰੀਰ ਛੱਡ ਕੇ ਚਲੇ ਗਏ, ਉਹ ਵੀ ਤਰ ਜਾਂਦੇ। ਐਸੀਆਂ ਦਾਤਾਂ ਮਿਲਦੀਆਂ। ਨਾਮ ਜਪਣ ਵਾਲੇ ਖੁਦ ਤਰਦੇ ਨੇ, ਨਾਮ ਦੀ ਬਰਕਤ ਇੰਨੀ ਹੈ, ਉਹਨਾਂ ਦੇ ਵੱਡੇ ਵਡੇਰੇ ਵੀ ਤਰ ਜਾਂਦੇ। ਬਾਬਾ ਕਲਿਆਣ ਚੰਦ ਜੀ ਸਤਿਗੁਰਾਂ ਦੇ ਪਿਤਾ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ, ਕਹਿਣ ਲੱਗੇ, ਪੁੱਤਰ ਜੀ ਸ਼ਰਾਧ ਕਰਨਾ ਹੈ। ਪਾਤਸ਼ਾਹ ਨੇ ਪੁੱਛਿਆ ਕਿਸ ਵਾਸਤੇ? ਕਹਿੰਦੇ ਜੀ ਸ਼ਰਾਧ ਕਰੀਦਾ, ਇਹਦਾ ਫਲ ਜਿਹੜਾ ਨਾ ਵੱਡੇ ਵਡੇਰਿਆਂ ਨੂੰ ਮਿਲਦਾ ਅੱਗੇ ਜਿੱਥੇ ਚਲੇ ਗਏ ਨੇ ਉਹ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪਿਤਾ ਜੀ ਤੁਹਾਨੂੰ ਇਹ ਸ਼ਰਾਧ ਕਰਨ ਦੀ ਲੋੜ ਹੀ ਨਹੀਂ ਹੈ, ਤੁਹਾਡੇ ਵੱਡੇ ਵਡੇਰੇ ਉੱਥੇ ਪਹੁੰਚ ਗਏ ਨੇ ਜਿੱਥੇ ਇਹਨਾਂ ਚੀਜ਼ਾਂ ਦੀ ਹੁਣ ਲੋੜ ਨਹੀਂ ਰਹਿ ਗਈ ਹੈ। ਉਸ ਵੇਲੇ ਭਜਨ ਸੁਣਿਆ, ਕਹਿਣ ਲੱਗੇ ਜੀ ਅਸੀਂ ਤੇ ਯਕੀਨ ਤਾਂ ਕਰਾਂਗੇ ਜੇ ਵੇਖ ਲਵਾਂਗੇ ਅੱਖਾਂ ਦੇ ਨਾਲ, ਫਿਰ ਸਾਨੂੰ ਯਕੀਨ ਹੋਵੇਗਾ। ਕਿਉਂਕਿ ਪੰਡਤ ਹਰਦਿਆਲ ਜੀ ਜਦੋਂ ਆਏ ਸਨ, ਜਦੋਂ ਮਹਾਰਾਜ ਦਾ ਅਵਤਾਰ ਹੋਇਆ ਸੀ ਨਾ ਗੁਰਮੁਖੋ, ਉਸ ਵੇਲੇ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਬਾਬਾ ਕਲਿਆਣ ਚੰਦ ਜੀ ਦੇ ਵੱਲੋਂ। ਕਹਿੰਦੇ ਜੀ ਇਹਨਾਂ ਦੀ ਕੁੰਡਲੀ ਬਣਾਓ, ਪੱਤਰੀ ਬਣਾਓ ਇਹਨਾਂ ਦੀ। ਉਸ ਵੇਲੇ ਉਹਨਾਂ ਨੇ ਇੱਕ ਬਚਨ ਆਖਿਆ ਸੀ ਪੱਤਰੀ ਬਣਾਉਂਦੇ ਆ। ਕਹਿਣ ਲੱਗੇ, ਬਾਬਾ ਕਲਿਆਣ ਚੰਦ ਜੀ ਤੁਹਾਡੇ ਜਿਹੜੇ ਪੁੱਤਰ ਨੇ ਨਾ, ਇਹ ਬਹੁਤ ਵੱਡੇ ਸਖੀ ਦਾਤੇ ਨੇ, ਕਰਮਾਂ ਤੋਂ ਰਹਿਤ ਨੇ, ਕਰਮਾਂ ਦੀ ਖੇਡ ਖੇਡਣ ਵਾਸਤੇ ਨਹੀਂ ਆਏ। ਇਹ ਆਪਣੀ ਮਰਜ਼ੀ ਨਾਲ ਹੀ ਵਿਚਰਿਆ ਕਰਨਗੇ। ਇਹਨਾਂ ਨੂੰ ਧਰਤੀ ਵੀ ਰਸਤਾ ਦੇਵੇਗੀ, ਪਹਾੜ ਵੀ ਰਸਤਾ ਦਿਆ ਕਰਨਗੇ। ਇਹਨਾਂ ਦੇ ਅੱਗੇ ਰਾਜੇ ਵੀ ਝੁਕਿਆ ਕਰਨਗੇ, ਰਾਜੇ ਵੀ ਖੈਰਾਤਾਂ ਮੰਗਿਆ ਕਰਨਗੇ ਇਹਨਾਂ ਦੇ ਕੋਲੋਂ ਆ ਕੇ। ਇਹ ਐਸੇ ਦਾਤੇ ਨੇ। ਜਦੋਂ ਪੰਡਤ ਹਰਦਿਆਲ ਜੀਆਂ ਨੇ ਬਚਨ ਕੀਤਾ ਨਾ, ਬਾਬਾ ਕਲਿਆਣ ਚੰਦ ਜੀਆਂ ਦੇ ਮਨ ਵਿੱਚ ਗੱਲ ਆਈ। ਮਨ ਵਿੱਚ ਸੋਚਦੇ ਕਹਿਣ ਲੱਗੇ, ਪੰਡਤ ਨਾ ਸਾਡੇ ਕੋਲੋਂ ਦਛਨਾ ਲੈਣੀ ਚਾਹੁੰਦਾ ਹੈ, ਇਹ ਤਾਂ ਐਸੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਪਿਆ ਵੀ ਪਹਾੜ ਵੀ ਰਸਤਾ ਦੇ ਦੇਣਗੇ, ਧਰਤੀ ਵੀ ਰਸਤਾ ਦੇਵੇਗੀ, ਰਾਜੇ ਵੀ ਆ ਕੇ ਇਹਨਾਂ ਕੋਲੋਂ ਮੰਗਿਆ ਕਰਨਗੇ। ਇਹ ਦਛਨਾ ਲੈਣ ਵਾਸਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਪਿਆ। ਉਸ ਵੇਲੇ ਬਚਨ ਆਖਿਆ ਬਾਬਾ ਕਲਿਆਣ ਚੰਦ ਜੀ, ਕਹਿਣ ਲੱਗੇ, ਚਲੋ ਠੀਕ ਹੈ ਪੰਡਤ ਜੀ, ਜੋ ਤੁਸੀਂ ਕਹਿੰਦੇ ਹੋ, ਜਦੋਂ ਹੋਵੇਗਾ ਉਦੋਂ ਵੇਖ ਲਵਾਂਗੇ। ਇਹ ਨਹੀਂ ਆਖਿਆ ਵੀ ਠੀਕ ਹੋ ਹੀ ਜਾਣਾ, ਤੁਸੀਂ ਕਹਿ ਦਿੱਤਾ। ਕਹਿੰਦੇ ਕੋਈ ਨਹੀਂ, ਜਦੋਂ ਹੋਵੇਗਾ ਉਦੋਂ ਵੇਖਾਂਗੇ। ਕਹਿਣ ਤੋਂ ਭਾਵ ਵੀ ਇਹ ਸੱਚ ਹੈ ਕਿ ਝੂਠ ਹੈ, ਇਹ ਤੇ ਉਦੋਂ ਪਤਾ ਲੱਗੇਗਾ ਜਦੋਂ ਵੇਖ ਲਵਾਂਗੇ। ਯਕੀਨ ਨਹੀਂ ਆਉਂਦਾ। ਮਹਾਰਾਜ ਨੇ ਇਸ ਤਰ੍ਹਾਂ ਦੀ ਮੋਹ ਦੀ ਚਾਦਰ ਪਾਈ ਹੋਈ ਹੈ। ਅੱਜ ਪਿਤਾ ਜੀ ਨੇ ਆਖਿਆ ਵੀ ਅਸੀਂ ਸ਼ਰਾਧ ਕਰਨਾ ਹੈ। ਪਾਤਸ਼ਾਹ ਕਹਿਣ ਲੱਗੇ, ਤੁਹਾਨੂੰ ਸ਼ਰਾਧ ਦੀ ਲੋੜ ਨਹੀਂ, ਤੁਹਾਡੇ ਵੱਡੇ ਵਡੇਰੇ ਉੱਥੇ ਪਹੁੰਚ ਗਏ ਜਿੱਥੇ ਲੋੜ ਨਹੀਂ ਹੈ। ਫਿਰ ਉਹੀ ਬਚਨ ਆ ਗਿਆ। ਕਹਿਣ ਲੱਗੇ, ਫਿਰ ਦਿਖਾ ਦਿਓ, ਜੇ ਤੁਸੀਂ ਬਚਨ ਕਰਦੇ ਹੋ ਵੇਖਾਂਗੇ, ਫਿਰ ਯਕੀਨ ਆ ਜਾਵੇਗਾ। ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਚਲੋ ਤੁਹਾਡੀ ਮਰਜ਼ੀ ਹੈ, ਨੇਤਰ ਬੰਦ ਕਰੋ, ਤੁਹਾਨੂੰ ਫਿਰ ਉਹ ਆਨੰਦ ਵਿਖਾ ਹੀ ਦਈਏ। ਜਦੋਂ ਨੇਤਰ ਬੰਦ ਕੀਤੇ, ਕੀ ਵੇਖਦੇ ਪਏ? ਵੱਡੇ ਵਡੇਰੇ ਬਾਬਾ ਕਲਿਆਣ ਚੰਦ ਜੀਆਂ ਦੇ ਸੱਚਖੰਡ ਵਿੱਚ ਬੈਠੇ ਹੋਏ ਆਨੰਦ ਪ੍ਰਾਪਤ ਕਰਦੇ ਪਏ। ਬੋਲੇ ਸੋ ਨਿਹਾਲ। ਐਸਾ ਆਨੰਦ ਉੱਥੇ ਜਿੱਥੇ ਨਾ ਕੋਈ ਦੁੱਖ ਹੈ, ਨਾ ਕੋਈ ਭੁੱਖ ਹੈ, ਨਾ ਕੋਈ ਪੀੜਾ ਹੈ, ਨਾ ਕੋਈ ਬਿਮਾਰੀ ਹੈ, ਨਾ ਕੋਈ ਭੁੱਖ ਪਿਆਸ, ਕੁਛ ਵੀ ਨਹੀਂ ਹੈ। ਆਨੰਦ ਹੀ ਆਨੰਦ ਹੈ। ਵੇਖ ਕੇ ਬੜਾ ਹੀ ਚਿੱਤ ਪ੍ਰਸੰਨ ਹੋਇਆ। ਨੇਤਰ ਖੋਲੇ। ਕਹਿਣ ਲੱਗੇ, ਪੁੱਤਰ ਜੀ
ਅਸੀਂ ਤੁਹਾਨੂੰ ਸੰਸਾਰੀ ਬੱਚਾ ਹੀ ਸਮਝ ਛੱਡਿਆ, ਸੰਸਾਰੀ ਪੁੱਤਰ ਹੀ ਸਮਝ ਛੱਡਿਆ ਹੈ, ਪਰ ਅੱਜ ਪਤਾ ਲੱਗਿਆ ਵੀ ਤੁਸੀਂ ਨਿਰੰਕਾਰ ਹੋ, ਤੁਸੀਂ ਪਰਮੇਸ਼ਰ ਹੋ। ਹੁਣ ਕਿਰਪਾ ਇਹ ਕਰੋ, ਜਿੱਥੇ ਵੱਡੇ ਵਡੇਰੇ ਪਹੁੰਚੇ ਨੇ ਸਾਨੂੰ ਵੀ ਉੱਥੇ ਹੀ ਪਹੁੰਚਾ ਦਿਓ, ਅਸੀਂ ਵੀ ਉਸੇ ਆਨੰਦ ਵਿੱਚ ਹੀ ਜਾਣਾ ਚਾਹੁੰਦੇ। ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਪਿਤਾ ਜੀ ਅਜੇ ਤੁਹਾਡੀ ਕੁਝ ਉਮਰਾਂ ਬਾਕੀ ਹੈ, ਤੁਸੀਂ ਆਪਣੀ ਉਮਰਾਂ ਮੰਨ ਲਵੋ, ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ, ਤੁਸੀਂ ਆਪਣੇ ਆਪ ਹੀ ਉੱਥੇ ਪਹੁੰਚ ਜਾਣਾ ਹੈ। ਸੋ ਐਸੀਆਂ ਬਖਸ਼ਿਸ਼ ਵਾਲੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ। ਅਤੇ ਫਿਰ ਉਸੇ ਤਰ੍ਹਾਂ ਹੀ ਮਹਾਰਾਜ ਸਾਹਿਬ ਜੀਆਂ ਨੇ ਸੰਸਾਰ ਵਾਲੀ ਲਾ ਕੇ ਉਹ ਗੱਲ ਦਾ ਚੇਤਾ ਹੀ ਭੁਲਾ ਦਿੱਤਾ। ਕੁਝ ਸਮਾਂ ਬਤੀਤ ਹੋਇਆ, ਫਿਰ ਬਾਬਾ ਕਲਿਆਣ ਚੰਦ ਜੀ ਆਪਣਾ ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਮਹਾਰਾਜ ਕਹਿਣ ਲੱਗੇ ਆਪ ਤਰੈ, ਨਾਮ ਜਪਣ ਵਾਲੇ ਆਪ ਤਰਦੇ, ਜਨ ਪਿਤਰਾ ਤਾਰੇ, ਆਪਣੇ ਵੱਡਿਆਂ ਵਡੇਰਿਆਂ ਦਾ ਵੀ ਭਲਾ ਹੀ ਕਰ ਲੈਂਦੇ। ਜਿੱਥੇ ਨਾਮ ਜਪਣ ਵਾਲਾ ਸੱਚਖੰਡ ਦਾ ਵਾਸੀ ਬਣਦਾ ਹੈ, ਉੱਥੇ ਉਹਦੇ ਵੱਡੇ ਵਡੇਰੇ ਵੀ ਸੱਚਖੰਡ ਦੇ ਵਾਸੀ ਬਣ ਜਾਂਦੇ। ਜਦੋਂ ਕੋਈ ਬੱਚਾ ਬਾਣੀ ਪੜ੍ਹਦਾ ਹੈ ਨਾ, ਗੁਰੂ ਨਾਲ ਜੁੜਦਾ ਹੈ ਨਾ, ਨਾਮ ਜਪਦਾ ਹੈ ਨਾ, ਉਸ ਨੂੰ ਰੋਕਣਾ ਨਹੀਂ, ਸਗੋਂ ਉਤਸ਼ਾਹ ਦੇਣਾ ਚਾਹੀਦਾ। ਅਸੀਂ ਨਹੀਂ ਕਮਾਈ ਕਰ ਸਕੇ, ਸਾਡਾ ਬੱਚਾ ਹੀ ਕਮਾਈ ਕਰ ਲਵੇ, ਹੋ ਸਕਦਾ ਉਹਦੇ ਨਾਲ ਹੀ ਸਾਡਾ ਭਲਾ ਹੋ ਜਾਵੇ। ਅੱਜ ਦੇਸ਼ ਵਿਦੇਸ਼ ਦੇ ਵਿੱਚ ਲੋਕ ਆਪਣੇ ਬੱਚੇ ਭੇਜਦੇ ਨੇ, ਉਹਨਾਂ ਦੀ ਮਨਸ਼ਾ ਕੀ ਹੈ ਵੀ ਮੈਂ ਤੇ ਬਾਹਰ ਜਾ ਨਹੀਂ ਸਕਿਆ, ਇਹ ਚਲਾ ਜਾਵੇ, ਇਹਦਾ ਪੱਲਾ ਫੜ ਕੇ ਮੇਰਾ ਵੀ ਕਿਤੇ ਬਾਹਰ ਦਾ ਸੁਪਨਾ ਸਾਕਾਰ ਹੋ ਜਾਏਗਾ, ਮੈਂ ਵੀ ਬਾਹਰਲੀ ਦੁਨੀਆ ਵੇਖ ਆਵਾਂ। ਐਸੇ ਤਰ੍ਹਾਂ ਗੁਰਮੁਖੋ ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਦਾ ਪੱਲਾ ਫੜ ਕੇ ਉਹਨਾਂ ਦੇ ਵੱਡੇ ਵਡੇਰਿਆਂ ਦਾ ਵੀ ਨਾਲ ਹੀ ਭਲਾ ਹੋ ਜਾਂਦਾ ਹੈ। ਐਸੀਆਂ ਦਾਤਾਂ ਮਿਲਦੀਆਂ। ਪਾਤਸ਼ਾਹ ਕਹਿਣ ਲੱਗੇ ਨਾਮ ਜਪਣ ਵਾਲੇ ਖੁਦ ਤਰ ਜਾਂਦੇ, ਆਪਣੇ ਪਿਤਰਾਂ ਦਾ ਵੀ ਭਲਾ ਕਰ ਲੈਂਦੇ ਹਨ। ਸੰਗਤ ਮੁਕਤ ਸੋ ਪਾਰ ਉਤਾਰੇ। ਉਹਨਾਂ ਸਤ ਸੰਗੀਆਂ ਦੀ ਜਿਹੜੀ ਸੰਗਤ ਹੈ ਉਹ ਪਾਰ ਉਤਾਰਾ ਕਰਦੀ ਹੈ। ਜੇ ਸੰਗਤ ਵਿੱਚ ਆ ਕੇ ਬੈਠੇ ਆ, ਇਹ ਬੇੜਾ ਹੈ ਗੁਰੂ ਨਾਨਕ ਮਹਾਰਾਜ ਦੇ ਘਰ ਦਾ। ਜਿਹੜੇ ਇਸ ਵਿੱਚ ਆ ਕੇ ਬੈਠ ਵੀ ਜਾਣਗੇ ਨਾ ਭਾਈ, ਇਹ ਸੰਗਤ ਉਹਨਾਂ ਦਾ ਪਾਰ ਉਤਾਰਾ ਕਰੇਗੀ, ਉਹਨਾਂ ਦਾ ਭਲਾ ਕਰ ਦੇਵੇਗੀ। ਐਸੀ ਇਹ ਸੰਗਤ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਨਾਨਕ ਤਿਸ ਕਾ ਲਾਲਾ ਗੋਲਾ। ਮਹਾਰਾਜ ਕਹਿਣ ਲੱਗੇ ਭਾਈ ਮੈਂ ਉਸ ਦਾ ਗੋਲਾ ਹਾਂ, ਦਾਸ ਹਾਂ, ਸੇਵਕ ਹਾਂ। ਸੋ ਮਹਾਰਾਜ ਕਿਹਨਾਂ ਦੇ ਆਪ ਦਾਸ ਹੋ, ਕਿਰਪਾ ਕਰਕੇ ਦੱਸਣਾ ਕਰੋ। ਜਿਨ ਗੁਰਮੁਖ ਹਰ ਲਿਵ ਲਾਈ ਹੈ। ਜਿਨ੍ਹਾਂ ਗੁਰਮੁਖਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਿਵ ਲਾਈ ਹੈ, ਮੈਂ ਉਹਨਾਂ ਦਾ ਲਾਲਾ ਗੋਲਾ। ਲਾਲਾ ਗੋਲਾ ਤੋਂ ਭਾਵ ਦਾਸਾਂ ਦਾ ਦਾਸ, ਸੇਵਕਾਂ ਦਾ ਸੇਵਕ। ਇੱਕ ਨੌਕਰ ਹੈ ਨਾ, ਨੌਕਰ ਦੇ ਅੱਗੇ ਫਿਰ ਨੌਕਰ ਥੱਲੇ ਹੋਇਆ ਕਰਦੇ, ਉਹਦੇ ਹੁਕਮ ਦੇ ਵਿੱਚ ਚੱਲਦੇ। ਵੱਡੇ ਘਰਾਂ ਵਿੱਚ ਬਹੁਤੇ ਨੌਕਰਾਂ ਦੀ ਟੀਮ ਹੁੰਦੀ ਹੈ ਨਾ, ਉਹਨਾਂ ਦੇ ਉੱਪਰ ਇੱਕ ਨੌਕਰ ਸਾਰਿਆਂ ਨੂੰ ਉਸ ਵੇਲੇ ਆਪਣੀ ਆਪਣੀ ਥਾਂ ਤੇ ਰੱਖਦਾ, ਜਿਹਨੂੰ ਆਪਾਂ ਸੁਪਰਵਾਈਜ਼ਰ ਹੈ, ਤੇ ਉਹ ਵੀ ਨੌਕਰ ਹੀ ਹੈ ਨਾ। ਵੱਡੇ ਵੱਡੇ ਲੋਕ ਬਿਜ਼ਨਸ ਕਰਦੇ, ਵਪਾਰ ਕਰਦੇ, ਮੈਨੇਜਰ ਬਣ ਜਾਂਦੇ ਉੱਥੇ, ਹੈ ਤੇ ਉਹ ਵੀ ਨੌਕਰ ਹੀ ਹੈ, ਪਰ ਥੱਲੇ ਬੰਦਿਆਂ ਤੋਂ ਕੰਮ ਕਰਾਉਂਦਾ। ਇਸ ਤਰ੍ਹਾਂ ਨੌਕਰਾਂ ਦੇ ਫਿਰ ਅੱਗੇ ਨੌਕਰ, ਫਿਰ ਅੱਗੇ ਨੌਕਰ, ਕਈ ਫਿਰ ਅੱਗੇ ਉਹ ਬਣ ਜਾਂਦੀਆਂ। ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਕੈਟਾਗਰੀਆਂ, ਇੱਕ ਦੂਜੇ ਦੇ ਉੱਪਰ ਹੁਕਮ ਚਲਾ ਕੇ। ਜਿਵੇਂ ਸਰਕਾਰ ਦਾ ਨੌਕਰ ਕੋਈ ਅਫਸਰ ਹੈ, ਉਹਦੇ ਥੱਲੇ ਫਿਰ ਜੂਨੀਅਰ ਅਫਸਰ ਹੈ, ਫਿਰ ਉਹਦੇ ਥੱਲੇ ਇੱਕ ਨਿੱਕਾ ਅਫਸਰ ਹੈ, ਫਿਰ ਉਹਦੇ ਥੱਲੇ ਨਿੱਕਾ ਅਫਸਰ ਹੈ, ਫਿਰ ਜਾ ਕੇ ਥੱਲੇ ਸਿਪਾਹੀ ਹੈ। ਸੋ ਇਸ ਤਰ੍ਹਾਂ ਹੈ ਤੇ ਨੌਕਰ ਹੀ, ਪਰ ਇੱਕ ਦੂਜੇ ਤੋਂ ਥੱਲੇ ਨੇ। ਇਹ ਪਰਮਾਤਮਾ ਜਿਹੜੇ ਤੇਰੇ ਦਾਸ ਨੇ, ਤੇਰੇ ਨਾਮ ਜਪਣ ਵਾਲੇ ਗੁਰਮੁਖ, ਮੈਂ ਉਹਨਾਂ ਦਾ ਲਾਲਾ ਗੋਲਾ ਹਾਂ, ਉਹਨਾਂ ਦਾ ਸੇਵਕ। ਫਿਰ ਉਹਨਾਂ ਦਾ ਸੇਵਕ ਐਸੀ ਨਿਮਰਤਾ ਹੈ ਜਿਨ੍ਹਾਂ ਗੁਰਮੁਖਾਂ ਨੇ ਰੱਖੀ ਹੈ। ਪਾਤਸ਼ਾਹ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੇ ਵਿੱਚ ਲਿਵ ਲਾ ਕੇ, ਉਹ ਫਿਰ ਗੁਰਮੁਖ ਐਸੀ ਬਿਰਤੀ ਦੇ ਮਾਲਕ ਬਣ ਜਾਂਦੇ, ਐਸਾ ਸੁਭਾਅ ਬਣ ਜਾਂਦਾ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਸੰਗਤ ਵਿੱਚ ਬੈਠਿਆ ਕਰਦੇ, ਆਪਣੇ ਪਿਆਰਿਆਂ ਨੂੰ ਆਖਦੇ ਸਾਡਾ ਥਾਂ ਨੀਵਾਂ ਕਰ ਦਿਓ ਭਾਈ, ਸੰਗਤ ਨਾਲੋਂ ਨੀਵਾਂ ਥਾਂ ਕਰਕੇ ਉੱਥੇ ਬੈਠਣਾ। ਆਖਣਾ ਸੰਗਤ ਸਭ ਤੋਂ ਉੱਚੀ ਹੈ, ਬਾਣੀ ਪੜ੍ਹਨ ਵਾਲੇ ਉਸ ਤੋਂ ਉੱਚੇ ਨੇ, ਗੁਰੂ ਤੇ ਫਿਰ ਸਭ ਤੋਂ ਉੱਚਾ ਹੈ ਹੀ ਹੈ, ਅਸੀਂ ਨੀਵੇਂ ਹੀ ਠੀਕ ਹਾਂ। ਇਹ ਨਿਮਰਤਾ ਹੈ ਨਾਮ ਜਪਣ ਵਾਲਿਆਂ ਦੀ। ਸੋ ਜਿਨ੍ਹਾਂ ਨੇ ਨਾਮ ਜਪਿਆ ਹੈ, ਪਾਤਸ਼ਾਹ ਕਹਿਣ ਲੱਗੇ ਉਹ ਇਸ ਤਰ੍ਹਾਂ ਨਿਮਰਤਾ ਵਾਲੇ ਬਣ ਜਾਂਦੇ, ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਂਦੇ ਪਏ ਇਹਨਾਂ ਬਚਨਾਂ ਦੇ ਨਾਲ ਕਿ ਗੁਰੂ ਕਿਹਾ ਸਿੱਖਾ, ਜੇ ਭਾਈ ਇਸ ਤਰ੍ਹਾਂ ਨਾਮ ਜਪੇਗਾ ਨਾ ਤੇ ਤਾਂ ਤੇਰਾ ਭਲਾ ਹੋਣਾ ਹੈ। ਬੇਨਤੀ ਕਰਿਆ ਕਰ, ਹਉ ਨਾਹੀ ਮੈਂ ਨਾਹੀ ਕਿਛ, ਹਉ ਨਾਹੀ ਕਿਛ ਆਹੇ ਨਾ ਮੋਰਾ। ਮਹਾਰਾਜ ਮੈਂ ਕੁਝ ਨਹੀਂ, ਸੇਵਕਾਂ ਦਾ ਸੇਵਕ ਆਪ, ਕਿਰਪਾ ਕਰੋ, ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੋ ਤਾਂ ਕਿ ਮੇਰਾ ਭਲਾ ਹੋਵੇ। ਐਸੀ ਨਿਮਰਤਾ ਦੇ ਨਾਲ ਤੂੰ ਤਰ ਜਾਵੇਂਗਾ, ਤਾਂ ਹੀ ਤੇਰਾ ਭਲਾ ਇਹ ਸੰਸਾਰ ਤੋਂ ਹੋਣਾ ਹੈ। ਇਹ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਜ਼ਰੋ ਨਜ਼ਰੀ ਨਿਹਾਲ ਕੀਤਾ ਹੈ। ਇੱਥੇ ਮਹਾਰਾਜ ਸਾਹਿਬ ਜੀਆਂ ਦੀ ਗੁਰਬਾਣੀ ਦੇ
ਜਿਹੜੇ 6 ਸ਼ਬਦ ਹਨ ਉਹ ਸੰਪੂਰਨ ਹੋਏ ਨੇ। 22 ਸ਼ਬਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਖਸ਼ੇ ਨੇ। ਉਹਦੇ ਵਿੱਚੋਂ 6 ਆਪਾਂ ਸਰਵਣ ਕੀਤੇ, ਬਾਕੀ ਦੇ ਰਹਿੰਦੇ ਆਪਾਂ ਫਿਰ ਅੱਗੇ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਸਾਹਿਬ ਸੇ ਮਿਲੋ। ਆਪ ਤਰੇ ਜਨ ਪਿਤਰਾਂ ਤਾਰੇ, ਸੰਗਤ ਮੁਕਤ ਸੋ ਪਾਰ ਉਤਾਰੇ। ਨਾਨਕ ਤਿਸ ਕਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।